वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी सतनाम वाहे गुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी का मक्के जाना। सतगुरु पूरब विच सन। भाई मरदाना जी कहन लगे बाबा मैं जन्म तो ही जिवें जिवें वड्डा होया मैं सुनता आया मक्के दे बारे काबे दे बारे मदीने दे बारे बहुत सिफत सुनी है कि उथों दी जारत नहीं कराओगे। सतगुरु जी ने बचन मने है प्रभ जी कीजै नहीं बुलाओ तह देखन को बहु मम चाओ ज्यों त्यों करके आप दिखाइए मुझ उबलाखा पूर कराइए। कहन लगा बाबा टाला क्यों वटदे हो बुलाओ क्यों करदे हो। अस प्रकार के सुनकर बैना हवै परसन बोले गुण ऐना कहो न मेटें तब मरदाने चलो दिखावें चाह जो थाने। कहन लगे चल भाई जेड़ी थां तू वेखनी चाहुना चल असी तेनू विखाउने आ। इथों तक आपाने कल कथा सुनी सी। अगली कथा आप जी बड़े प्यार दे नाल सरवण करो। हाँ जी। कह कर मक्के दिश प्रस्थाने जिन के दर्शन के ब्रह्माने। इयों कह के कह कर मक्के दृश्य मक्के दिश प्रस्थाने इयों कह के सतगुरु ने मक्के वाले पासे नू प्रस्थान किया चलना शुरू किया है।
ਜਿਨ ਕੈ ਦਰਸੈ ਤੇ ਭਰਮ ਖਾਨੇ, ਇਹ ਉਹ ਗੁਰੂ ਨਾਨਕ ਨੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਭਰਮ ਮਿਟਦੇ ਨੇ। ਭਰਮ ਕੀ ਨੇ? ਸੰਸੇ। ਸੰਸੇ ਕੀ ਨੇ? ਸਾਡੀ ਜ਼ਿੰਦਗੀ ਦੇ ਜਿਹੜੇ ਡਾਊਟ ਨੇ ਉਹ ਮੁੱਕ ਜਾਂਦੇ ਨੇ। ਅਗਰ ਕੋਈ ਸਿੱਖ ਹੋ ਕੇ ਜਾਂ ਗੁਰਦੁਆਰੇ ਆ ਕੇ ਵੀ ਜਾਂ ਕੋਈ ਘਰ ਗੁਰੂ ਨਾਨਕ ਸਾਹਿਬ ਦੀ ਫੋਟੋ ਲਾ ਕੇ ਕੋਈ ਫਿਰ ਕਵੇ ਵਹਿਮਾਂ ਦੀ ਗੱਲ, ਭਰਮਾਂ ਦੀ ਗੱਲ, ਕਰਮ ਕਾਂਡਾਂ ਦੀ ਗੱਲ, ਤਾਂ ਫਿਰ ਇਹ ਸਮਝ ਲਓ ਕਿ ਇਹ ਮਨੁੱਖ ਭੇਖ ਕਰ ਰਿਹਾ ਹੈ। ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀ ਹੈ। ਗੁਰੂ ਦੀ ਵਡਿਆਈ ਇਹ ਹੈ, ਗੁਰੂ ਦੀ ਮਹਿਮਾ ਇਹ ਹੈ। ਕੋਈ ਵੀ ਚੀਜ਼ ਕੋਈ ਮਨੁੱਖ ਪ੍ਰਾਪਤ ਕਰਦਾ ਤੇ ਉਹਦੇ ਕੋਈ ਨਾ ਕੋਈ ਚੱਕਰ ਚਿਹਨ ਜ਼ਰੂਰ ਪਤਾ ਲੱਗਦੇ ਨੇ। ਸਾਡੀ ਹਾਲਤ ਇਹ ਹੈ ਕਿ ਇੱਕ ਬੱਚਾ ਕਾਲਜ ਗਿਆ ਤੇ ਗਿਆ ਲੇਟ, ਕਿਉਂਕਿ ਤੁਰ ਕੇ ਗਿਆ। ਹੁਣ ਅੱਗੋਂ ਯਾਰਾਂ ਦੋਸਤਾਂ ਨੇ ਪੁੱਛ ਲਿਆ ਵੀ ਕੀ ਗੱਲ ਹੋ ਗਈ, ਲੇਟ ਹੋ ਗਿਆ? ਕਹਿੰਦਾ ਵੀ ਮੈਂ ਪਹਿਲਾਂ ਤੇ ਕਾਰ ਤੇ ਆਉਣ ਲੱਗਾ ਸੀ ਤੇ ਉਹਦੀ ਚਾਬੀ ਨਹੀਂ ਲੱਭੀ। ਕਦੇ ਫਰਿੱਜ ਤੇ ਵੇਖ, ਕਦੇ ਗੌਡੇਜ ਦੀ ਅਲਮਾਰੀ ਵਿੱਚ ਵੇਖ, ਕਦੇ ਟੀਵੀ ਅੱਗੇ ਵੇਖ। ਕਹਿੰਦਾ ਫਿਰ ਮੈਂ ਸੋਚਿਆ ਵੀ ਚਲੋ ਬੁਲਟ ਤੇ ਚੱਲਦੇ ਆ। ਕਹਿੰਦਾ ਉਹਦੀ ਚਾਬੀ ਕਹਿੰਦਾ ਵੀ ਭਰਾ ਲੈ ਗਿਆ ਸੀ ਭੁਲੇਖੇ ਨਾਲ ਜੇਬ 'ਚ। ਕਹਿੰਦਾ ਫਿਰ ਮੈਂ ਪੈਦਲ ਹੀ ਆ ਗਿਆ। ਹੁਣ ਉਹ ਜਿਹੜੇ ਯਾਰ ਦੋਸਤ ਸੀ ਉਹ ਪੁੱਛਦੇ ਨੇ ਵੀ ਤੇਰਾ ਬਾਪ ਚਪੜਾਸੀ ਕਿਹੜੇ ਸਕੂਲ 'ਚ ਹੈ? ਉਹ ਕਹਿੰਦਾ ਜੀ ਕੀ ਮਤਲਬ? ਕਹਿੰਦਾ ਵੀ ਜੇ ਕਾਸੇ ਜੋਗਾ ਹੁੰਨੋ ਤੇ ਰਕਸ਼ਾ ਲੈ ਕੇ ਆ ਜਾਨੋ, ਵੀ ਗੱਡੀ ਵੀ ਗਿਣਤੀ, ਬੁਲਟ ਵੀ ਗਿਣਤੀ, ਟੀਵੀ ਵੀ, ਫਰਿੱਜ ਵੀ, ਸਾਰੀਆਂ ਘਰ ਦੀਆਂ ਚੀਜ਼ਾਂ ਗਿਣਤੀਆਂ, ਆਇਆ ਤੂੰ ਤੁਰ ਕੇ ਹੈ। ਤੇ ਜੇ ਕਾਸੇ ਜੋਗਾ ਹੁੰਦਾ ਤੇ ਰਕਸ਼ੇ ਤੇ ਹੀ ਆ ਜਾਨੋ, ਰੁਪਈਏ ਤੇ ਦੇਣ ਜੋਗਾ ਤੂੰ ਦੋ ਨਹੀਂ ਹੈ ਰਕਸ਼ੇ ਵਾਲੇ ਨੂੰ। ਵੀ ਤੇਰਾ ਬਾਪ ਚਪੜਾਸੀ ਕਿਹੜੇ ਸਕੂਲ 'ਚ ਹੈ? ਸਾਡੀ ਹਾਲਤ ਇਹ ਹੈ। ਗੱਲਾਂ ਸੁਣੋ ਤੁਸੀਂ ਇਹਨਾਂ ਤੋਂ, ਇਹ ਤਾਰੇ ਤੋੜ ਕੇ ਲਿਆਉਂਦੇ ਨੇ। ਗੁਰੂ ਵਾਲੇ ਹੋਣਾ ਜਾਂ ਗੁਰੂ ਦਾ ਮਲਾਪ ਹੋਣਾ ਜਾਂ ਗੁਰੂ ਕੋਲ ਜਾਣਾ ਜਾਂ ਗੁਰੂ ਦੇ ਦਰਸ਼ਨ ਹੋ ਜਾਣੇ, ਇਹਨਾਂ ਦੇ ਸਾਰਿਆਂ ਚੀਜ਼ਾਂ ਦੇ ਵੱਡੇ ਪੁੰਨ ਫਲ ਨੇ। ਜਿੱਥੇ ਅਸੀਂ ਕਿਤੇ ਵੀ ਸਾਡੀ ਕੋਈ ਐਡਜਸਟਮੈਂਟ ਨਹੀਂ ਹੈ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਸਾਡਾ ਤੇ ਆਵਾਗਮਨ ਹੈ ਗੁਰਦੁਆਰੇ ਵਿੱਚ। ਕਈ ਬੱਚਿਆਂ ਦਾ ਨਾ ਸਕੂਲਾਂ 'ਚ ਆਵਾਗਮਨ ਹੁੰਦਾ, ਹਰ ਸਾਲ ਹੀ ਫੇਲ ਹੋ ਜਾਂਦੇ ਨੇ। ਉਹਨਾਂ ਦਾ ਸਕੂਲਾਂ 'ਚ ਪੜ੍ਹਨਾ ਪੜ੍ਹਾਉਣਾ ਨਹੀਂ ਹੁੰਦਾ, ਆਵਾਗਮਨ ਹੁੰਦਾ ਹੈ। ਕਾਲਜਾਂ 'ਚ ਤੁਸੀਂ ਵੇਖਿਆ ਹੋਣਾ ਕਈਆਂ ਦਾ ਆਵਾਗਮਨ ਹੁੰਦਾ। ਉਹ 10 ਸਾਲ ਵੀ ਉਸੇ ਕਾਲਜ ਵਿੱਚ ਹੀ ਰਹਿੰਦੇ ਨੇ, ਕਿਉਂਕਿ ਨਾ ਪਾਸ ਹੋਣ ਤੇ ਨਾ ਪਾਸ ਆਊਟ ਹੋਣ, ਉੱਥੇ ਬੈਠੇ ਰਹਿੰਦੇ ਨੇ। ਹੋਸਟਲ 'ਚ ਵੀ ਉਹਨਾਂ ਦਾ ਕਬਜ਼ਾ ਹੁੰਦਾ, ਕੰਟੀਨ 'ਚ ਵੀ ਉਹਨਾਂ ਦਾ ਕਬਜ਼ਾ ਹੁੰਦਾ, ਤੇ ਗਰਾਊਂਡ 'ਚ ਵੀ ਕਬਜ਼ਾ ਉਹਨਾਂ ਦਾ ਹੀ ਹੁੰਦਾ, ਕਿਉਂਕਿ ਉੱਥੇ ਬਹਿ ਕੇ ਉਹਨਾਂ ਨੇ ਚੁਟਕਲੇਬਾਜ਼ੀ ਕਰਨੀ ਹੁੰਦੀ ਹੈ। ਸਾਡੀ ਬਹੁਤਿਆਂ ਦੀ ਹਾਲਤ ਇਹ ਹੈ ਕਿ ਅਸੀਂ ਲੋਕ ਗਇਓ ਪਰ ਲੋਕ ਗਵਾਇਓ। ਕਈ ਬੰਦਿਆਂ ਨੇ ਪੂਰੀ ਪੂਰੀ ਜ਼ਿੰਦਗੀ ਗੁਰਦੁਆਰੇ, ਮੰਦਰਾਂ, ਮਸੀਤਾਂ ਦੇ ਆਲੇ ਦੁਆਲੇ ਗਵਾ ਲਈ, ਆਪਣੀ ਕੱਢਤੀ ਹੈ। ਕਿਉਂਕਿ ਕਿਸੇ ਰਸਤੇ ਵੀ ਤੁਰੇ ਹੁੰਦੇ ਤੇ ਕਿਤੇ ਤਾਂ ਪਹੁੰਚਦੇ ਨਾ। ਕੋਈ ਰਸਤਾ ਵੀ ਅਗਰ ਤੁਸੀਂ ਲਵੋਗੇ ਤਾਂ ਕਿਤੇ ਨਾ ਕਿਤੇ ਤੇ ਪਹੁੰਚ ਜਾਓਗੇ ਭਾਈ। ਆਪਾਂ ਸੁਣਿਆ ਖਰਗੋਸ਼ ਭੱਜਿਆ ਸੀ, ਰਾਹ ਵਿੱਚ ਰਹਿ ਗਿਆ, ਕੱਛੂ ਕੁਮਾ ਚੱਲਦਾ ਰਿਹਾ, ਉਹ ਆਪਣੀ ਮੰਜ਼ਿਲ ਤੇ ਪਹੁੰਚ ਗਿਆ। ਭੱਜਣ ਦੀ ਕੀ ਲੋੜ ਹੈ, ਤੁਰਿਆ ਵੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਪਰ ਸਾਡੀ ਤੇ ਹਾਲਤ ਹੈ ਵੀ ਅਸੀਂ ਤਾਂ ਤੁਰੇ ਹੀ ਨਹੀਂ ਕਿਤੇ, ਰਸਤੇ ਚੜ੍ਹ ਕੇ ਅਸੀਂ ਬੈਠੇ ਹੋਏ ਹਾਂ। ਕਵੀ ਜੀ ਕਹਿੰਦੇ ਨੇ ਮੇਰੇ ਗੁਰੂ ਨਾਨਕ ਦੀ ਵਡਿਆਈ ਇਹ ਹੈ ਕਿ ਜਿਨ੍ਹਾਂ ਦੇ ਦਰਸ਼ਨ ਕੀਤਿਆਂ
ਜਿਨ ਕੇ ਦਰਸੈਂ ਤੇ ਭਰਮ ਹਾਨੇ। ਭਰਮ ਮੁੱਕਣੇ ਚਾਹੀਦੇ ਨੇ, ਸੜ ਜਾਣੇ ਚਾਹੀਦੇ ਨੇ। ਸਾਡੇ 'ਚ ਕੋਈ ਭਰਮ ਨਹੀਂ ਹੈ, ਨਾ ਸ਼ਰਾਧਾਂ ਦਾ, ਨਾ ਨਰਾਤਿਆਂ ਦਾ, ਨਾ ਹੋਲੀਆਂ ਦਾ। ਸਾਡੇ 'ਚ ਕੋਈ ਹੈ ਹੀ ਨਹੀਂ ਭਰਮ। ਵੇਖੋ, ਜਾਂ ਤੇ ਨਰਾਤਿਆਂ 'ਚ ਬੱਚੇ ਨਾ ਪੈਦਾ ਹੁੰਦੇ ਹੋਣ, ਨਰਾਤਿਆਂ 'ਚ ਬੰਦੇ ਨਾ ਮਰਦੇ ਹੋਣ, ਜਾਂ ਸ਼ਰਾਧਾਂ ਵਿੱਚ ਬੱਚੇ ਨਾ ਜੰਮਦੇ ਹੋਣ ਜਾਂ ਨਾ ਮਰਦੇ ਹੋਣ, ਫਿਰ ਤੇ ਠੀਕ ਹੈ। ਤੇ ਜੀਵਨ ਦੀ ਜਨਮ ਮਰਨ ਪ੍ਰਕਿਰਿਆ ਦੇ ਵਿੱਚ ਕੋਈ ਟਾਈਮ ਦਾ ਫਰਕ ਨਹੀਂ ਹੈ ਕਿ ਇੱਥੇ ਜਾ ਕੇ ਬੱਚੇ ਜ਼ਿਆਦਾ ਜੰਮਦੇ ਨੇ, ਇੱਥੇ ਬੱਚੇ ਘੱਟ ਜੰਮਦੇ ਨੇ, ਇੱਥੇ ਜੀਵ ਜੰਤੂ ਜ਼ਿਆਦਾ ਮਰਦੇ ਨੇ, ਇੱਥੇ ਜੀਵ ਜੰਤੂ ਘੱਟ ਮਰਦੇ ਨੇ। ਫਿਰ ਤੇ ਗੱਲ ਸਮਝੀ ਜਾ ਸਕਦੀ ਹੈ। ਜੇ ਕੁਦਰਤ ਦੇ ਪ੍ਰਚਲਨ ਵਿੱਚ ਕੋਈ ਫਰਕ ਨਹੀਂ ਹੈ ਤੇ ਫਿਰ ਭਾਈ ਚੰਗੇ ਤੇ ਮਾੜੇ ਦਿਨਾਂ ਦਾ ਕਿੱਥੇ ਫਰਕ ਹੈ? ਇਹ ਸਿਰਫ ਸਾਡੀ ਆਪਣੀ ਇੱਕ ਗਿਣਤੀ ਮਿਣਤੀ ਹੈ। ਕਿਸੇ ਇੱਕ ਕਮਲੇ ਨੇ ਕਰ ਦਿੱਤੀ ਹੈ, ਬਾਕੀ ਸਾਰੇ ਉਹਦੇ ਪੈਰੋਕਾਰ ਬਣ ਗਏ ਨੇ ਭਾਈ। ਇਹ ਸਾਰਾ ਕੁਝ ਉਸ ਪਰਮੇਸ਼ਰ ਦਾ ਹੈ। ਸਾਰੀ ਕੁਦਰਤ, ਸਾਰੀ ਕਾਇਨਾਤ, ਸਾਰੀ ਪ੍ਰਕਿਰਤੀ, ਸਾਰਾ ਬ੍ਰਹਿਮੰਡ, ਇਹ ਜਿੰਨੀ ਜਗਤ ਦੀ ਰਚਨਾ ਹੈ, ਇਹ ਸਭ ਪਰਮੇਸ਼ਰ ਦੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹਾਂਜੀ। ਸਖਰ ਸਖਰ ਹੈ ਜਿਹ ਜਾਗਾ, ਆਏ ਤਹਾਂ ਨਿਮਕ ਨਹਿ ਲਾਗਾ। ਜਿਹੜਾ ਇਸਮਾਈਲ ਖਾਂ ਹੈ, ਡੇਰਾ ਇਸਮਾਈਲ ਖਾਂ, ਇਸ ਪਾਸੇ ਸਤਿਗੁਰੂ ਜੀ ਪਹੁੰਚੇ ਨੇ। ਹਾਂਜੀ। ਨੀਲ ਬਸਤਰ ਲੈ ਪਹਿਰ ਸਰੀਰਾ, ਕਾਂਖ ਕਿਤਾਬੈ ਗੁਣੀ ਗਹੀਰਾ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾ ਧਾਰੀ। ਸਤਿਗੁਰੂ ਤੋਂ ਸਿੱਖਣ ਦੀ ਲੋੜ ਹੈ। ਜਦੋਂ ਸਤਿਗੁਰੂ ਜੀ ਧਰਤੀ ਦਾ ਭਰਮਣ ਕਰਨ ਤੁਰੇ ਤੇ ਉਦਾਸੀ ਕੀ ਰੀਤ ਚਲਾਈ। ਹੁਣ ਵੇਖੋ ਨਾ, ਇੱਥੇ ਗੁਰਦੁਆਰੇ ਕੋਈ ਮੇਰੇ ਕੋਲ ਵੀ ਆ ਜਾਵੇ, ਪੈਂਟ ਕਮੀਜ਼ ਪਾਈ ਹੋਵੇ, ਟਾਈ ਸ਼ਾਈ ਲਾਈ ਹੋਵੇ, ਬੂਟ ਸੂਟ ਪਾਏ ਹੋਣ, ਤੇ ਭਾਵੇਂ ਮੈਨੂੰ ਉਹ ਅੰਦਰ ਨਾ ਮਿਲੇ, ਬਾਹਰ ਹੀ ਮਿਲੇ, ਤੇ ਕਵੇ ਗਿਆਨੀ ਜੀ ਮੈਂ ਕਥਾ ਕਰਨੀ, ਤੇ ਮੈਨੂੰ ਵੇਖਣਾ ਤੇ ਪਏਗਾ ਨਾ ਸਿਰ ਤੋਂ ਪੈਰਾਂ ਤੱਕ, ਵੀ ਲੱਗਦਾ ਕੋਈ ਬੈਂਕ ਦਾ ਬਾਊ ਹੈ, ਕਹਿੰਦਾ ਮੈਂ ਗੁਰਦੁਆਰੇ ਦੀ ਕੋਈ ਸੇਵਾ ਕਰਨੀ ਹੈ। ਜਿਹੜਾ ਪਹਿਲਾ ਪ੍ਰਭਾਵ ਹੈ, ਬੜੇ ਸਾਰੇ ਲੋਕ ਮਿਲਦੇ ਨੇ, ਗਿਆਨੀ ਜੀ ਮੈਨੂੰ ਪਛਾਣਿਆ, ਮੈਂ ਕਿਹਾ ਨਹੀਂ, ਆਪਾਂ ਅਮਰੀਕਾ ਮਿਲੇ ਸੀ। ਮੈਂ ਕਿਹਾ ਮਿਲੇ ਹੋਵਾਂਗੇ, ਤੁਸੀਂ ਜਦੋਂ ਉੱਥੇ ਸੀ ਅਸੀਂ ਤੁਹਾਡੇ ਕੋਲੇ ਕੀਰਤਨ ਕਰਦੇ ਸੀ। ਫਿਰ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਣਾ ਪੈਂਦਾ। ਵਿਰਾਗੀਆਂ ਵਾਲਾ ਲੱਛਣ ਤੇ ਇਹਦਾ ਕੋਈ ਨਹੀਂ ਹੈਗਾ। ਇਹ ਕਹਿੰਦਾ ਵੀ ਮੈਂ ਕੀਰਤਨ ਕਰਦਾ, ਕਿਉਂਕਿ ਸਾਡੇ 'ਚ ਬੜੇ ਸਾਰੇ ਲੋਕ ਨੇ, ਜੇ ਉਹਨਾਂ ਨੇ ਪੈਸੇ ਕਮਾਉਣੇ ਹੋਣ ਤੇ ਮੇਰੇ ਵਰਗੇ ਕੱਪੜੇ ਪਾ ਲੈਂਦੇ ਨੇ, ਪਰ ਜਦੋਂ ਪੈਸੇ ਆ ਜਾਣ ਫਿਰ ਉਹਨਾਂ ਦੀ ਇਹਨਾਂ ਕੱਪੜਿਆਂ 'ਚ ਇੱਜ਼ਤ ਘਟ ਜਾਂਦੀ, ਬੇਇੱਜ਼ਤੀ ਹੋਣ ਲੱਗ ਜਾਂਦੀ ਹੈ। ਫਿਰ ਉਹ ਪੈਂਟ ਕਮੀਜ਼ ਪਾ ਕੇ ਫਿਰ ਆਪਣੀ ਇੱਜ਼ਤ ਨੂੰ ਵੱਡਾ ਕਰਦੇ ਨੇ, ਦੁਨੀਆ 'ਚ ਦੱਸਦੇ ਨੇ ਕਿ ਸਾਨੂੰ ਵੀ ਪੈਂਟ ਕੋਟ ਪਾਉਣਾ ਆਉਂਦਾ। ਵੀ ਦੱਸੋ, ਜਿਸ ਕੱਪੜਿਆਂ ਨੇ ਤੁਹਾਨੂੰ ਨਾਵਾਂ ਤੇ ਨਾਮ ਦਿੱਤਾ, ਮੈਂ ਫਿਰ ਬੇਨਤੀ ਕਰਾਂ ਧਿਆਨ ਕਰਨਾ, ਜਿਨ੍ਹਾਂ ਕੱਪੜਿਆਂ ਨੇ ਤੁਹਾਨੂੰ ਨਾਵਾਂ ਦਿੱਤਾ, ਪੈਸੇ ਕਿੱਥੋਂ ਆਏ? ਰੋਟੀ ਰੋਜੀ ਤਾਂ ਤੁਹਾਡੀ ਕੀਰਤਨ ਕਥਾ ਕਰਕੇ, ਪਾਠ ਕਰਕੇ ਹੈ, ਤੇ ਤੁਹਾਡਾ ਨਾਮ ਵੀ ਇਸੇ ਕਰਕੇ। ਹੁਣ ਮੈਨੂੰ ਦੁਨੀਆ ਕਿਸ ਕਰਕੇ ਜਾਣਦੀ ਹੈ? ਵੀ ਹੈਡ ਗ੍ਰੰਥੀ ਬੰਗਲਾ ਸਾਹਿਬ ਹੈ, ਤੇ ਮੈਂ ਕੋਟ ਪੈਂਟ ਪਾ ਕੇ ਦੱਸੋ ਮੈਂ ਲੋਕਾਂ ਨੂੰ ਕੀ ਵਿਖਾਉਣਾ? ਮੈਨੂੰ ਨਾਮ ਵੀ ਇੱਥੋਂ ਮਿਲਿਆ, ਮੇਰੀ ਘਰ ਦੀ ਰੋਟੀ ਪ੍ਰਸ਼ਾਦਾ ਵੀ ਇੱਥੋਂ ਚੱਲਦਾ। ਤੇ ਜੇ ਇਹਨਾਂ ਕੱਪੜਿਆਂ ਨਾਲ ਹੀ ਮੈਨੂੰ ਨਫ਼ਰਤ ਹੈ, ਤੇ ਫਿਰ ਦੱਸੋ ਵੀ ਮੈਂ ਤੁਹਾਨੂੰ ਕੀ ਦੱਸ ਲੈਣਾ ਤੇ ਆਪ ਕੀ ਸਿੱਖ ਲੈਣਾ? ਜਿਨ੍ਹਾਂ ਕੱਪੜਿਆਂ ਨੇ ਮੈਨੂੰ ਇੱਜ਼ਤ ਦਿੱਤੀ ਹੈ, ਜਿਨ੍ਹਾਂ ਕੱਪੜਿਆਂ ਨੇ ਮੈਨੂੰ ਰੋਟੀ ਦਿੱਤੀ ਹੈ, ਉਹ ਕੱਪੜਿਆਂ ਨੂੰ ਮੈਂ ਖੁਦ ਲਾਇਕ ਨਹੀਂ ਕਰਦਾ, ਤੇ ਬਾਕੀ ਕੀ ਬਣੇਗਾ? ਅਗਰ ਇਹ ਕੱਪੜੇ ਮੈਂ ਖੁਦ ਹੀ ਲਾਇਕ ਨਹੀਂ ਕਰਦਾ, ਤੇ ਮੈਂ ਕਿਸੇ ਨੂੰ ਕਹਾਂ ਵੀ ਤੁਸੀਂ ਦਾੜੀ ਖੁੱਲੀ ਰੱਖਿਆ ਕਰੋ ਜੀ, ਤੁਸੀਂ ਇਸ ਤਰ੍ਹਾਂ ਦਾ ਪਹਿਰਾਵਾ ਪਾਇਆ ਕਰੋ ਜੀ, ਅਗਲੇ ਕਹਿਣਗੇ ਗਿਆਨੀ ਜੀ ਤੁਹਾਡਾ ਤੇ ਟੌਰ ਘਟ ਜਾਂਦਾ ਇਹਨਾਂ ਕੱਪੜਿਆਂ ਨਾਲ, ਕਿਉਂਕਿ ਵਿਆਹ ਸ਼ਾਦੀ ਤੇ ਤੁਹਾਨੂੰ ਹੋਰ ਕੱਪੜਿਆਂ 'ਚ ਹੀ ਵੇਖੀਦਾ।
ਕਈ ਵਾਰ ਅਸੀਂ ਦੁਨੀਆਦਾਰਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ, ਉਹ ਦੁਨੀਆਦਾਰ ਵੀ ਫਿਰ ਮਖੌਲ ਕਰਦੇ ਨੇ ਵੀ ਕਹਿੰਦੇ ਅੱਜ ਵੇਖੋ ਬਾਬੇ ਨੇ ਕਿੱਡਾ ਟੌਰ ਕੱਢਿਆ। ਉਹ ਬੇਇੱਜ਼ਤੀ ਕਰਦੇ ਨੇ ਸਾਡੀ, ਉਲਟਾ ਇਨਸਲਟ ਕਰਦੇ ਨੇ, ਉਹ ਸਾਨੂੰ ਟਾਂਚ ਕਰਦੇ ਨੇ, ਹਾਸਾ ਕਰਦੇ ਨੇ ਸਾਨੂੰ। ਸਵਾਲ ਇਹ ਨਹੀਂ ਕਿ ਤੁਹਾਡੀ ਸ਼ਖਸੀ ਰਹਿਣੀ ਕੀ ਹੈ, ਸਵਾਲ ਇਹ ਵੀ ਤੁਹਾਡੀ ਜਿਹੜੀ ਗੁਰਮਤ ਦੀ ਔਰ ਪੰਥ ਦੀ ਰਹਿਣੀ ਹੈ ਉਹ ਵੱਖਰੀ ਹੈ। ਹੁਣ ਕਈ ਆਉਂਦੇ ਨੇ ਇੱਥੇ ਗੁਰਦੁਆਰੇ, ਉਵੇਂ ਹੀ ਜਿਵੇਂ ਘਰ ਕਿਤੇ ਬੈਠੇ ਹੁੰਦੇ ਨੇ ਮੰਜੀ ਤੇ, ਉਵੇਂ ਉੱਠ ਕੇ ਗੁਰਦੁਆਰੇ ਆ ਜਾਣਗੇ। ਮੈਂ ਤੇ ਪਿਛਲੇ ਦਿਨ ਹੀ ਭਾਈ ਤਾਰੂ ਸਿੰਘ ਜੀ ਦਾ, ਜਿੱਦਣ ਆਪਾਂ ਨੇ ਜਨਮ ਦਿਹਾੜਾ ਮਨਾਇਆ, ਜਦੋਂ ਉਹਨਾਂ ਦੀ ਜਨਮ ਸ਼ਤਾਬਦੀ ਮਨਾਈ ਹੈ, ਮੈਂ ਤਾਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਜੇ ਪਾਰਟੀ ਵੀਅਰ ਹੋ ਸਕਦੇ ਨੇ ਤੇ ਗੁਰਦੁਆਰੇ ਦੇ ਕਿਉਂ ਨਹੀਂ ਹੋ ਸਕਦੇ। ਕੋਈ ਰੁਮਾਲ ਬੰਨ੍ਹ ਕੇ ਤੁਰਿਆ ਹੁੰਦਾ, ਕੋਈ ਐਵੇਂ ਪਟਕੀ ਜੀ ਬੰਨ੍ਹ ਕੇ ਤੁਰਿਆ ਹੁੰਦਾ, ਕੋਈ ਨਿੱਕਰ ਪਾ ਕੇ ਤੁਰਿਆ। ਪੁੱਛੋ ਕਿਵੇਂ? ਉਹਨੇ ਜੀ ਮੈਂ ਜੀ ਸੈਰ ਕਰਨ ਆਇਆ ਸੀ। ਵੀ ਤੈਨੂੰ ਕਿਸੇ ਨੇ ਚਿੱਠੀ ਘੱਲੀ ਸੈਰ ਕਰਨ ਆਏ ਨੇ ਗੁਰਦੁਆਰੇ ਮੱਥਾ ਟੇਕਣਾ? ਤੈਨੂੰ ਕਿਹਨੇ ਚਿੱਠੀ ਘੱਲੀ ਹੈ? ਕਦੇ ਸੈਰ ਕਰਨ ਆਇਆ, ਸਹੁਰੇ ਵੀ ਜਾਇਆ ਨਾ, ਕਦੇ ਸੈਰ ਕਰਨ ਗਿਆ, ਕਦੇ ਸਕੂਲੇ ਵੀ ਗੇੜਾ ਕੱਢਿਆ, ਕਦੇ ਸੈਰ ਕਰਨ ਕਰਦਾ ਕਦੇ ਸ਼ਾਪਿੰਗ ਸੈਂਟਰ ਤੋਂ ਜਾ ਕੇ ਕੋਈ ਸ਼ਾਪਿੰਗ ਵੀ ਕਰ ਲੈ। ਉੱਥੇ ਜਾਣਾ ਹੋਵੇ ਤੇ 1.5 ਘੰਟਾ ਤੁਸੀਂ ਡਰੈਸਿੰਗ ਰੂਮ ਚ ਲਾਉਂਦੇ ਹੋ। ਇੱਕ ਬਾਬੇ ਦਾ ਘਰ ਹੀ ਰਹਿ ਗਿਆ ਜਲੂਸ ਕੱਢਣ ਲਈ। ਐਵੇਂ ਕਮਲੇ ਰਵਲੇ ਬਣ ਕੇ ਆ ਜਾਣਗੇ। ਇੱਦਾਂ ਬੰਦਾ ਬ੍ਰਹਮ ਗਿਆਨੀ ਨਹੀਂ ਹੁੰਦਾ ਕਿ ਮੈਂ ਸਿਰ ਦੇ ਵਾਲ ਖਿਲਾਰ ਲਾਂਗਾ, ਦਾੜੀ ਖਿਲਾਰ ਲਾਂਗਾ ਤੇ ਲੋਕ ਮੈਨੂੰ ਬ੍ਰਹਮ ਗਿਆਨੀ ਕਹਿਣਗੇ। ਸਿੱਖੀ ਸੱਜਣ ਸਵਰਨ ਨਾਲ ਮੁੱਕਦੀ ਨਹੀਂ ਹੈ, ਖਤਮ ਨਹੀਂ ਹੁੰਦੀ। ਖਾਲਸਾ ਗੁਰੂ ਕਲਗੀਧਰ ਪਿਤਾ ਦਾ ਰੂਪ ਹੈ। ਖਾਲਸਾ ਮੇਰਾ ਰੂਪ ਹੈ ਖਾਸ। ਤੇ ਹੁਣ ਪੁੱਛੋ ਮਹਾਰਾਜ ਨੇ ਕਦੋਂ ਨਿੱਕਰ ਪਾਈ ਸੀ? ਉਹ ਕਦੋਂ ਪੈਟੀ ਪੈਂਟ ਪਾਉਂਦੇ ਸੀ? ਬਈ ਚੰਗਾ ਤੂੰ ਉਹਦਾ ਖਾਸ ਰੂਪ ਬਣ ਕੇ ਤੁਰਿਆ ਹੈ। ਹਾਂ, ਜਦੋਂ ਤੁਸੀਂ ਕਿਸੇ ਕਾਰਜ ਵਾਸਤੇ ਤੁਰਦੇ ਹੋ ਤੇ ਤੁਹਾਨੂੰ ਇਹਨਾਂ 2 4 5 ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਕਿਤੇ ਵੀ ਜਾਓ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਹੱਟੀ ਕੀਤੀ ਹੈ, ਥੋੜੇ ਸਾਲ ਨਹੀਂ ਕੀਤੀ, 17 ਸਾਲ ਕੀਤੀ ਹੈ। 14 ਸਾਲ ਤਲਵੰਡੀ, 17 ਸਾਲ ਸੁਲਤਾਨਪੁਰ, 21 ਸਾਲ ਯਾਤਰਾਵਾਂ, 18 ਸਾਲ ਕਰਤਾਰਪੁਰ। ਹੁਣ ਜਦੋਂ ਯਾਤਰਾਵਾਂ ਤੇ ਤੁਰੇ ਤੇ ਉਦਾਸੀ ਕੱਪੜੇ ਪਾ ਕੇ ਤੁਰੇ, ਪਰ ਜਦੋਂ ਹੱਟੀ ਕੀਤੀ ਉੱਥੇ ਕਿਤੇ ਨਹੀਂ ਲਿਖਿਆ ਕਿ ਸਤਿਗੁਰਾਂ ਨੇ ਉਦਾਸੀਆਂ ਵਾਲੇ ਕੱਪੜੇ ਪਾਏ ਸੀ। ਜਦੋਂ ਮੋਦੀ ਖਾਨਾ ਛੱਡਿਆ ਫਿਰ ਸਤਿਗੁਰੂ ਜੀ ਨੇ ਇਹ ਜਿਹੜੇ ਸੀ ਵੈਰਾਗੀਆਂ ਵਾਲੇ, ਤਿਆਗੀਆਂ ਵਾਲੇ ਕੱਪੜੇ ਪਾਏ ਨੇ, ਉਸ ਤੋਂ ਪਹਿਲਾਂ ਨਹੀਂ ਪਾਏ। ਕਿਉਂਕਿ ਤੁਹਾਡੀ ਪਹਿਲੀ ਪਹਿਚਾਣ ਜਿਹੜੀ ਹੈ ਤੁਹਾਡੀ ਦਸਤਾਰ ਹੈ, ਤੁਹਾਡਾ ਪਹਿਰਾਵਾ ਹੈ। ਸਤਿਗੁਰੂ ਜੀ ਦਾ ਜਿਹੜਾ ਉਸ ਵੇਲੇ ਪਹਿਰਾਵਾ ਸੀ ਉਦਾਸੀਆਂ ਵਾਲਾ ਸੀ। ਹੁਣ ਚੱਲੇ ਨੇ ਮੱਕੇ ਨੂੰ, ਹੁਣ ਸਤਿਗੁਰੂ ਜੀ ਨੇ ਪਹਿਰਾਵਾ ਕਰ ਲਿਆ ਹਾਜੀਆਂ ਵਾਲਾ। ਕਿਉਂਕਿ ਅਗਰ ਕੋਈ ਵਿਅਕਤੀ ਤੁਹਾਡੇ ਕੱਪੜਿਆਂ ਕਰਕੇ, ਤੁਹਾਡੇ ਸਰੂਪ ਕਰਕੇ, ਜਾਂ ਤੁਹਾਡੇ ਬਾਹਰੀ ਕਿਸੇ ਵਿਖਾਵੇ ਕਰਕੇ ਤੁਹਾਨੂੰ ਕੋਈ ਨਫ਼ਰਤ ਕਰੇ ਜਾਂ ਤੁਹਾਡੇ ਨਾਲ ਦੂਰੀ ਬਣਾਏ ਤੇ ਫਿਰ ਤੁਹਾਡੀ ਕੀ ਕੰਟਰੀਬਿਊਸ਼ਨ ਹੈ ਜੀ? ਦੇਖੋ, ਅਗਰ ਮੈਂ ਤੁਹਾਨੂੰ ਕੋਈ ਗੱਲ ਕਹਿਣੀ ਚਾਹੁੰਦਾ ਜਾਂ ਤੁਹਾਡੇ ਕੋਲੋਂ ਕੋਈ ਗੱਲ ਕਰਾਉਣੀ ਚਾਹੁੰਦਾ ਆ ਤੇ ਮੈਨੂੰ ਤੁਹਾਡੇ ਨੇੜੇ ਹੋਣ ਲਈ ਅਗਰ ਕੋਈ ਢੰਗ ਤਰੀਕਾ ਅਪਣਾਉਣਾ ਪੈਂਦਾ ਤਾਂ ਉਹਦੇ 'ਚ ਕੀ ਹਰਜ ਹੈ? ਤੁਸੀਂ ਹੈਰਾਨ ਹੋਵੋਗੇ, ਦੁਨੀਆ ਬੜੀ ਕਲਾਕਾਰ ਹੈ। ਮੇਰੇ ਵਰਗੇ ਗ੍ਰੰਥੀ ਕੋਲ ਆਉਣਾ ਹੋਵੇ ਤਾਂ ਆਂਢੀਆਂ ਗੁਆਂਢੀਆਂ ਨੂੰ ਪੁੱਛ ਲੈਂਦੇ ਬਾਬਾ ਇਹਨੂੰ ਕੀ ਪਸੰਦ ਹੈ ਭਲਾ। ਹੋਰ ਨਹੀਂ ਤਾਂ ਉੱਦਾਂ ਦੀ ਚੀਜ਼ ਹੀ ਉੱਥੋਂ ਖਰੀਦ ਲਿਆਉਣਗੇ। ਭਾਈ ਸਾਹਿਬ ਜੀ ਤੁਹਾਡੇ ਲਈ ਮੈਂ ਲੈ ਕੇ ਆਇਆ। ਹੁਣ ਜ਼ੁਬਾਨ ਦਾ ਰਸਤਾ ਵੇਖੋ, ਮੈਨੂੰ ਵੀ ਹੈਗਾ, ਮੈਂ ਕੋਈ ਬ੍ਰਹਮ ਗਿਆਨੀ ਤਾਂ ਹੈ ਨਹੀਂ। ਕਈ ਚੀਜ਼ਾਂ ਮੈਂ ਨਹੀਂ ਖਾਂਦਾ ਹੋਵਾਂਗਾ, ਕਈ ਖਾਂਦਾ ਵੀ ਹੋਵਾਂਗਾ। ਅਸੀਂ ਯਤਨ ਕਰਦੇ ਹਾਂ ਤੇ ਕਈ ਵਾਰੀ ਅਸੀਂ ਫਸ ਵੀ ਜਾਂਦੇ ਹਾਂ ਕਿ ਇਮਾਨਦਾਰ ਆਦਮੀ ਕੋਲ ਅਸੀਂ ਰਿਸ਼ਵਤ ਲੈ ਕੇ ਪਹੁੰਚ ਜਾਂਦੇ ਹਾਂ।
ਉੱਥੇ ਸਾਡੀ ਬਿਲਕੁਲ ਹੀ ਬਾਜੀ ਪੁੱਠੀ ਪੈ ਜਾਂਦੀ। ਅਗਲਾ ਧੱਕੇ ਮਾਰ ਕੇ ਬਾਹਰ ਕੱਢਦਾ, ਕਹਿੰਦਾ ਚੱਲ ਇੱਥੋਂ ਦੌੜ, ਇੱਥੋਂ ਆ ਗਿਆ ਲਿਫਾਫਾ ਲੈ ਕੇ ਮੇਰੇ ਕੋਲ। ਕਈ ਹੁੰਦੇ ਰਿਸ਼ਵਤਖੋਰ ਨੇ, ਉਹਨਾਂ ਕੋਲੇ ਖਾਲੀ ਹੱਥ ਚਲੇ ਜਾਓ, ਉਹਨੂੰ ਤਾਂ ਬੁਖਾਰ ਚੜ੍ਹ ਜਾਂਦਾ, ਉਹ ਵੀ ਧੱਕੇ ਮਾਰ ਕੇ ਕਢਵਾ ਦਿੰਦੇ ਨੇ ਵੀ ਇਹ ਲੈ ਕੇ ਤਾਂ ਕੁਝ ਆਇਆ ਨਹੀਂ, ਕਿਉਂਕਿ ਉਹਨਾਂ ਨੇ ਅਗਲੇ ਬੰਨੇ ਵੀ 2-4 ਬੰਦੇ ਖੜੇ ਕੀਤੇ ਹੁੰਦੇ ਵੀ ਨਾ ਆਪਣਾ ਟਾਈਮ ਖਰਾਬ ਹੋਵੇ ਨਾ ਅਗਲੇ ਦਾ ਹੋਵੇ। ਹੁਣ ਸਤਿਗੁਰੂ ਨੇ ਜਾਣਾ ਸੀ ਮੱਕੇ, ਫਿਰ ਕੀ ਕੀਤਾ? ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਣਵਾਰੀ। ਅੱਜ ਦੀ ਤਰੀਕ ਵਿੱਚ ਵੀ ਉੱਥੇ ਗੈਰ ਮੁਸਲਮਾਨ ਨਹੀਂ ਜਾ ਸਕਦਾ, ਜਾ ਹੀ ਨਹੀਂ ਸਕਦਾ। ਹੁਣ ਗੱਲਾਂ ਤੇ ਦੋ ਹੀ ਨੇ ਵੀ ਜਾਂ ਤੇ ਜਾਓ ਨਹੀਂ, ਜੇ ਜਾਣਾ ਹੈ ਤੇ ਤੁਸੀਂ ਮੁਸਲਮਾਨ ਭੇਖ ਵਿੱਚ ਹੀ ਜਾ ਸਕਦੇ ਹੋ, ਇੱਕ ਮਾਤਰ ਤਰੀਕਾ ਹੈ, ਦੂਜਾ ਕੋਈ ਤਰੀਕਾ ਨਹੀਂ ਹੈ, ਅੱਜ ਵੀ ਨਹੀਂ ਹੈ। ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ, ਮੁਸਲਮਾਨਾਂ ਵਾਲੀਆਂ ਸਾਰੀਆਂ ਚੀਜ਼ਾਂ ਚੁੱਕ ਲਈਆਂ ਬਾਬੇ ਨੇ, ਕਿਉਂਕਿ ਬਾਬੇ ਦਾ ਸੰਬੰਧ ਮੁਸੱਲੇ ਨਾਲ ਨਹੀਂ ਹੈ। ਬਾਬੇ ਦਾ ਸੰਬੰਧ ਜਿਹੜਾ ਹੈ ਨਾ, ਉਹ ਕਿਸੇ ਲਿਬਾਸ ਦੇ ਨਾਲ ਨਹੀਂ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਤੁਸੀਂ ਦੋ ਚੀਜ਼ਾਂ ਦਾ ਧਿਆਨ ਕਰਨਾ। ਇੱਕ ਹੁੰਦਾ ਕਿ ਤੁਸੀਂ ਕਿਤੇ ਪਹੁੰਚਣਾ ਹੈ, ਇੱਕ ਹੁੰਦਾ ਵੀ ਨਹੀਂ ਤੁਸੀਂ ਸਿਰਫ ਝੂਲੇ ਮਾਈਆਂ ਹੀ ਕਰਨੀਆਂ ਨੇ। ਉਹਦੇ ਦੋ ਤਰੀਕੇ ਨੇ ਭਾਈ, ਵੱਖਰੇ ਵੱਖਰੇ ਤਰੀਕੇ ਨੇ। ਹੁਣ ਜੇ ਤੇ ਮੈਂ ਅੰਮ੍ਰਿਤਸਰ ਜਾਣਾ ਹੈ ਤਾਂ ਮੇਰਾ ਜਿਹੜਾ ਗੋਲ ਸਿਰਫ ਇੰਨਾ ਹੈ ਕਿ ਮੈਂ ਅੰਮ੍ਰਿਤਸਰ ਸਾਹਿਬ ਜਾਣਾ ਹੈ। ਮੈਂ ਪੁੱਛਿਆ ਵੀ ਮੈਂ ਜਾਣਾ ਹੈ, ਟ੍ਰੇਨ, ਕਹਿੰਦੇ ਟ੍ਰੇਨਾਂ ਤੇ ਬੰਦ ਨੇ, ਬੱਸ ਕਹਿੰਦੇ ਬੱਸਾਂ ਵੀ ਬੰਦ ਨੇ, ਫਲਾਈਟ ਕਹਿੰਦੇ ਫਲਾਈਟ ਹੈਗੀ ਹੈ, ਤੇ ਠੀਕ ਹੈ ਜੋ ਮਿਲੇ ਚਲੇ ਜਾਓ। ਪਰ ਹੁਣ ਆਪਾਂ ਇੱਕ ਜਿੱਦ ਕਰਕੇ ਬਹਿ ਜਾਈਏ ਵੀ ਨਹੀਂ ਮੈਂ ਜਾਣਾ ਵੀ ਹੈ ਤੇ ਮੈਂ ਇਹਦੇ ਤੇ ਜਾਣਾ ਹੈ, ਵੀ ਤੂੰ ਝੂਲੇ ਮਾਈਆਂ ਕਰਨ ਥੋੜਾ ਜਾਣਾ ਹੈ, ਤੂੰ ਆਪਣੀ ਮੰਜ਼ਿਲ ਤੇ ਜਾਣਾ ਹੈ, ਜਿਵੇਂ ਪਹੁੰਚਦਾ ਉਵੇਂ ਪਹੁੰਚ ਜਾ। ਸਤਿਗੁਰੂ ਜੀ ਦਾ ਮਕਸਦ ਸੀ ਕਿ ਉਹ ਧਰਤ ਲੁਕਾਈ ਨੂੰ ਸੋਧਣ ਵਾਸਤੇ ਆਏ ਨੇ। ਧਰਤ ਲੁਕਾਈ ਨੂੰ ਸੋਧਣ ਵਾਸਤੇ ਉਹਨਾਂ ਨੇ ਉਸ ਹਰ ਤਰੀਕੇ ਨੂੰ ਪ੍ਰਵਾਨ ਕੀਤਾ ਜਿਹਦੇ ਨਾਲ ਸੰਸਾਰ ਦੇ ਵਿੱਚ ਲੋਕਾਂ ਦੇ ਵਿੱਚ ਪਹੁੰਚਿਆ ਜਾ ਸਕਦਾ ਹੈ। ਇੱਥੇ ਕਵੀ ਜੀ ਲਿਖਦੇ ਨੇ ਕਿ ਨੀਲ ਬਸਤਰ ਲੈ ਪੈਰ ਸਰੀਰਾ, ਕਾਂਖ ਕਿਤਾਬੈਂ ਗੁਣੀ ਗਹੀਰਾ। ਕੱਛ ਵਿੱਚ ਕਿਤਾਬ ਲੈ ਲਈ, ਗੁਣਾਂ ਦੇ ਖਜ਼ਾਨੇ ਸਤਿਗੁਰੂ ਨੇ ਕੱਪੜੇ ਨੀਲੇ ਪਾ ਲਏ। ਹਾਂਜੀ। ਊਚੇ ਕੁਲੈ ਥਰੇ ਨਜ ਸੀਸੰ, ਆਸਾ ਹਾਥ ਦਿਖੇ ਜਗਦੀਸ਼ੰ। ਹੱਥ ਦੇ ਵਿੱਚ ਸੋਟਾ ਫੜ ਲਿਆ, ਸਿਰ ਦੇ ਉੱਤੇ ਸਤਿਗੁਰੂ ਜੀ ਨੇ ਕੁੱਲੇ ਵਾਲੀ ਪਗੜੀ ਬੰਨ੍ਹ ਲਈ। ਹਾਂਜੀ। ਗਰੇ ਜਨੇਊ ਪਾਏ ਕਿਰਪਾਲਾ, ਤਿਲਕ ਕਰਿਓ ਸੁੰਦਰ ਪੁਨ ਪਾਲਾ। ਸਤਿਗੁਰੂ ਜੀ ਨੇ ਮੁਸਲਮਾਨੀ ਭੇਖ ਬਣਾਇਆ ਹੈ। ਹਾਂਜੀ। ਸੁਣੋ ਗੁਰੂ ਅੰਗਦ ਰਸ ਪੀਨੇ, ਕੂਜਾ ਮੁਝੇ ਮੁਸੱਲਾ ਦੀਨੇ। ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਜਿਹੜਾ ਕੂਜਾ ਸੀ, ਲੋਟਾ ਜਿਹੜਾ ਸੀ, ਉਹ ਭਾਈ ਬਾਲੇ ਨੂੰ ਫੜਾ ਦਿੱਤਾ। ਮੁਸੱਲਾ ਜਿਹੜਾ ਸੀ, ਜਿਸ ਚਟਾਈ ਤੇ ਖਲੋ ਕੇ ਮੁਸਲਮਾਨ ਨਮਾਜ਼ ਪੜ੍ਹਦੇ ਨੇ, ਉਹ ਵੀ ਭਾਈ ਬਾਲੇ ਨੂੰ ਫੜਾ ਦਿੱਤੀ। ਹਾਂਜੀ। ਘਰ ਮੈਂ ਸੇਲੀ ਪਾਏ ਵਿਸਾਲਾ, ਬਣੇ ਸੁਹਾਜੀ ਰੂਪ ਕਿਰਪਾਲਾ। ਗਲ ਦੇ ਵਿੱਚ ਕੱਪੜਾ ਹੈ, ਜਿਹੜਾ ਅਸੀਂ ਗਲ 'ਚ ਕੱਪੜਾ ਅਸੀਂ ਪਾਉਂਦੇ ਹਾਂ, ਅਸੀਂ ਇਹਨੂੰ ਹਜੂਰੀਆ ਕਹਿੰਦੇ ਹਾਂ। ਆਮ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਹਨੂੰ ਸਾਫਾ ਕਹਿ ਦਿੰਦੇ ਨੇ। ਕਈ ਤੁਸੀਂ ਵੇਖਿਆ ਨਾ ਡਰਾਈਵਰਾਂ ਨੇ ਮੋਢੇ ਤੇ ਰੱਖਿਆ ਹੁੰਦਾ, ਉਹ ਕੀ ਕਰਦੇ ਨੇ, ਹੱਥ ਮੂੰਹ ਧੋਣ ਤੇ ਹੱਥ ਮੂੰਹ ਵੀ ਪੂੰਝ ਲੈਂਦੇ ਨੇ, ਤੇ ਮਿੱਟੀ ਘਟਾ ਹੋਵੇ ਤੇ ਜੁੱਤੀ ਵੀ ਝਾੜ ਲੈਂਦੇ ਨੇ। ਉਹ ਮਲਟੀ ਫੰਕਸ਼ਨ ਕਰਦੇ ਨੇ ਉਹਦੇ ਨਾਲ। ਪਰ ਜਦੋਂ ਅਸੀਂ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਅਸੀਂ ਪਾਉਂਦੇ ਹਾਂ, ਤੇ ਸਿਰਫ ਇਸ ਕਰਕੇ ਹੁੰਦਾ ਵੀ ਕਿਸੇ ਵੇਲੇ ਤੁਸੀਂ ਕੋਈ ਮੂੰਹ ਨੂੰ ਹੱਥ ਲਾਉਣਾ ਹੋਵੇ, ਕੋਈ ਚੀਜ਼ ਕੋਈ ਪਕੜਨੀ ਹੋਵੇ, ਤਾਂ ਉਸ ਵੇਲੇ ਯਤਨ ਕਰੋ ਵੀ ਕੋਈ ਚੀਜ਼ ਕਿਸੇ ਨੂੰ, ਕੋਈ ਤੁਹਾਡਾ ਹੱਥ ਜੂਠਾ ਨਾ ਹੋਵੇ। ਉਹਦੇ ਇੱਕ ਸਹਾਇਤਾ ਵਾਸਤੇ ਇਹ ਬਸਤਰ ਹੁੰਦਾ ਹੈ। ਫਿਰ ਇੱਕ ਧਾਰਮਿਕ ਜਿਹੜੀ ਸਾਡੀ ਡਰੈਸ ਹੈ, ਉਹ ਡਰੈਸ ਕੋਡ ਦਾ ਇੱਕ ਹਿੱਸਾ ਵੀ ਹੈ। ਇੱਕ ਸ਼ਬਦ ਵੀ ਬੋਲਿਆ ਜਾਂਦਾ ਹੈ
ਕਿ ਭਾਈ ਗਲ 'ਚ ਪੱਲਾ ਪਾ ਕੇ ਅਰਦਾਸ ਕਰਨੀ ਚਾਹੀਦੀ ਹੈ। ਹੁਣ ਕਈ ਇੱਦਾਂ ਦੇ ਵੀ ਨੇ, ਉਹ ਪੱਲੇ ਨੂੰ ਵੀ ਐਂ ਫੜ ਲੈਂਦੇ ਨੇ, ਵੇਖਿਆ ਹੋਣਾ ਤੁਸੀਂ, ਕਿ ਉਹ ਗਲ ਦੇ ਹਜੂਰੀਏ ਨੂੰ ਹੱਥ ਨਾਲ ਫੜਿਆ ਹੁੰਦਾ ਅਰਦਾਸ ਕਰਨ ਲੱਗਿਆ। ਆਪਣੇ ਉਹ ਇੱਕ ਆਪਣਾ ਤਰੀਕਾ, ਆਪਣਾ ਸਟਾਈਲ ਹੈ। ਪਰ ਗਲ 'ਚ ਪੱਲਾ ਪਾ ਕੇ ਹੀ ਅਰਦਾਸ ਕਰਨ ਦਾ ਜਿਹੜਾ ਹੈਗਾ, ਉਹ ਵੀ ਇੱਕ ਸਾਡੀ ਪੁਰਾਣੀ ਟ੍ਰੈਡੀਸ਼ਨ ਹੈ ਕਿ ਆਪਣੀ ਅਤ ਨਿਮਰਤਾ ਨੂੰ ਪ੍ਰਗਟ ਕਰਨਾ ਕਿਸੇ ਦੇ ਸਨਮੁਖ, ਕਿ ਪੱਲਾ ਪਾ ਕੇ ਗਲ ਦੇ ਵਿੱਚ ਉਹਨੇ ਜੀ ਬੇਨਤੀ ਕੀਤੀ ਜਾਂ ਮਾਫੀ ਮੰਗੀ, ਉਹਨੇ ਅਧੀਨਗੀ ਜਿਹੜੀ ਹੈ, ਗਰੀਬੀ ਦਾਵਾ ਪ੍ਰਗਟ ਕਰਨਾ। ਹਾਂਜੀ। कौतक हित यह रूप बनाए, हिंदू तुर्क न जात लखाए। ਸਤਿਗੁਰੂ ਜੀ ਨੇ ਕੌਤਕ ਕਰਨ ਵਾਸਤੇ ਇਹ ਆਪਣਾ ਰੂਪ ਬਣਾਇਆ ਹੈ। ਹਾਂਜੀ, ਹਾਜੀ ਰੂਪ। ਹਾਂਜੀ। मुल्तान के पुर औरा, हाजी मिले हुते जेह ठौरा। ਜਿੱਥੇ ਮੁਲਤਾਨ ਹੈ, ਮੁਲਤਾਨ ਆਦਿਕ ਜੇ ਪੁਰ ਔਰਾ, ਇਹੋ ਜਿਹੇ ਜਿਹੜੇ ਸ਼ਹਿਰ ਨੇ ਉਸ ਪਾਸੇ, ਹਾਜੀ ਮੇਲੇ ਹੋਤੇ ਤੈ ਠੌਰਾ, ਉੱਥੇ ਹਾਜੀ ਲੋਕ ਇਕੱਠੇ ਹੁੰਦੇ ਸੀ, ਇਕੱਠੇ ਹੋ ਕੇ ਫਿਰ ਉਹ ਯਾਤਰਾ ਤੇ ਜਾਂਦੇ ਸੀ। ਹਾਂਜੀ। मक्के जान जिने अभिलाखा, निशा गुजारन डेरो राखा। ਜਿਨ੍ਹਾਂ ਨੇ ਮੱਕੇ ਜਾਣਾ ਹੁੰਦਾ ਸੀ, ਉਹ ਫਿਰ ਇੱਦਾਂ ਦੇ ਰਸਤੇ ਵਿੱਚ ਪੜਾਅ ਬਣੇ ਹੁੰਦੇ ਸੀ, ਉੱਥੇ ਫਿਰ ਆ ਕੇ ਲੋਕ ਰਾਤ ਠਹਿਰਾਓ ਕਰਦੇ ਸੀ, ਪੜਾਅ ਕਰਦੇ ਸੀ, ਰੁਕਦੇ ਸੀ। ਹਾਂਜੀ। मिल बैसे थे जेह इस थाना, तिनके मद गए गुण खाना। ਜਿੱਥੇ ਹਾਜੀ ਲੋਕ ਠਹਿਰੇ ਸੀ, ਸਤਿਗੁਰੂ ਵੀ ਉਹਨਾਂ ਦੇ ਵਿੱਚ ਚਲੇ ਗਏ, ਉਹਨਾਂ ਦੇ ਵਿੱਚ ਜਾ ਕੇ ਠਹਿਰੇ। ਹਾਂਜੀ। तब है मुसल्ला मैं सो बिछावा, तेह पर बैसे दुख बंदावा। ਉੱਥੇ ਮਸੱਲਾ ਵਿਛਾ ਕੇ ਸਤਿਗੁਰੂ ਬਹਿ ਗਏ। ਇਹ ਉਹ ਸਤਿਗੁਰੂ ਨੇ ਜਿਹੜੇ ਤਹਿ ਪਰ ਬੈਸੇ ਦੁੱਖ ਬਣਦਾ, ਜਿਹੜੇ ਦੁੱਖਾਂ ਦੇ ਜੰਗਲ ਸਾੜਨ ਦੇ ਸਮਰੱਥ ਨੇ। ਜਿਹੜੇ ਸਾਡੇ ਜੀਵਨ ਵਿੱਚ ਦੁੱਖ ਨੇ ਨਾ, ਕਿੰਨੇ ਨੇ ਪਤਾ ਹੈ? ਇਹ ਜੰਗਲ ਦੇ ਰੁੱਖਾਂ ਵਰਗੇ ਨੇ, ਇਹਨਾਂ ਦੀ ਗਿਣਤੀ ਕੋਈ ਨਹੀਂ ਹੈ। ਠੀਕ ਹੈ, ਸਾਡੇ ਮਤਲਬ ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਅਧੂਰਾ ਗਿਆਨ ਹੈ, ਉਧਾਰਾ ਗਿਆਨ ਹੈ। ਅਧੂਰਾ ਇਹ ਵੀ ਆਪਣੀ ਕੋਈ ਪ੍ਰੋਪਰ ਕੋਈ ਜਾਣਕਾਰੀ ਤਾਂ ਹੈ ਨਹੀਂ, ਤੇ ਉਧਾਰਾ ਇਸ ਕਰਕੇ ਵੀ ਉਹਨੂੰ ਬੋਲਦਿਆਂ ਸੁਣ ਲਿਆ, ਉਹਨੂੰ ਬੋਲਦਿਆਂ ਸੁਣ ਲਿਆ, ਆਪ ਵੀ ਬੋਲਣਾ ਸ਼ੁਰੂ ਕਰ ਦਿੱਤਾ। ਸੱਚ ਇਹ ਹੈ ਵੀ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਦੁੱਖਾਂ ਦੇ ਵਿੱਚ ਭਰੀ ਹੋਈ ਹੈ। ਨਾਨਕ ਦੁਖੀਆ ਸਭ ਸੰਸਾਰ, ਸਾਰੀ ਦੁਨੀਆ ਦੁਖੀ, ਇਕੱਲੇ ਅਸੀਂ ਦੁਖੀ ਨਹੀਂ ਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਧਰਤੀ ਦਾ ਕੋਈ ਰਾਜਾ ਵੀ ਹੋਵੇ ਤੇ ਮਤ ਸੋਚਣਾ ਵੀ ਉਹ ਸੁਖੀ ਹੈ, ਉਹ ਵੀ ਦੁਖੀ ਹੈ। ਹਾਂਜੀ। हाजन हृदय ईर्खा होई, श्री गुर सो बोलत भेसोई। ਉਹਨਾਂ ਹਾਜੀਆਂ ਦੇ ਵਿੱਚ ਕਿਸੇ ਨੂੰ ਈਰਖਾ ਹੋਈ ਤੇ ਉਹਨਾਂ ਨੇ ਆ ਕੇ ਉਹਨੂੰ ਲੱਗਿਆ ਵੀ ਇਹ ਜਿਹੜੇ ਬੰਦੇ ਨੇ ਪੱਕੇ ਜੇ ਮੁਸਲਮਾਨ ਤੇ ਹੈ ਨਹੀਂ, ਬਣੇ ਬਣਾਏ ਜੇ ਮੁਸਲਮਾਨ ਲੱਗਦੇ ਨੇ। ਉਹਨਾਂ ਨੇ ਆ ਕੇ ਤੇ ਪੁੱਛਣਾ ਕਰਤਾ, ਇਨਕੁਆਰੀ ਕਰਨੀ ਸ਼ੁਰੂ ਕਰ ਦਿੱਤੀ। ਹਾਂਜੀ। कौन देश ते तुम चल आए, कौन नाम अब कहाँ सिधाए। ਤੁਹਾਡਾ ਨਾਂ ਕੀ ਹੈ ਜੀ? ਤੁਸੀਂ ਕਿਹੜੇ ਦੇਸ਼ ਤੋਂ ਆਏ ਹੋ ਜੀ? ਤੁਸੀਂ ਜਾਣਾ ਕਿਹੜੇ ਦੇਸ਼ ਹੈ ਜੀ? ਹਾਂਜੀ। मुसलमान कह हिंदू ऐ, बिना कहे ते जाए न लहई। ਵੇਖੋ ਭਾਈ, ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ, ਇਹ ਤੇ ਤੁਹਾਨੂੰ ਦੱਸਣਾ ਪਏਗਾ, ਨਹੀਂ ਤਾਂ ਅਸੀਂ ਤੁਹਾਨੂੰ ਆਪਣੇ ਕਾਰਵੇਂ ਵਿੱਚ ਰਲਾਵਾਂਗੇ ਹੀ ਨਹੀਂ, ਸਵੇਰੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਹੀ ਨਹੀਂ। ਪਹਿਲਾਂ ਦੱਸੋ ਕਿ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ? ਹਾਂਜੀ। हाजी बेख तिलक है माथे, या ते बूझत है तुझ साथे। ਕਿਉਂਕਿ ਤੁਹਾਡੇ ਵਿੱਚੋਂ ਇੰਜ ਲੱਗਦਾ ਹੈ ਕਿ ਤੁਸੀਂ ਪੱਕੇ ਜੇ ਮੁਸਲਮਾਨ ਤਾਂ ਹੈ ਨਹੀਂ।
ਹਿੰਦੂ ਜੇ ਲੱਗਦੇ ਹੋ ਤੇ ਕੱਪੜੇ ਬਸਤਰ ਤੁਸੀਂ ਮੁਸਲਮਾਨਾਂ ਵਾਲੇ ਪਾਏ ਹੋਏ ਨੇ। ਹਾਂਜੀ। ਸ੍ਰੀ ਨਾਨਕ ਜੀ ਬੈਨ ਅਲਾਏ, ਬੇਗਮਪੁਰੈ ਦੇਸ਼ ਤੇ ਆਏ। ਸ਼੍ਰੀ ਨਾਨਕ ਜੀ ਬੈਣ ਅਲਾਏ। ਸਤਿਗੁਰੂ ਕਹਿਣ ਲੱਗੇ ਭਾਈ ਜੇ ਤੁਸੀਂ ਪੁੱਛਦੇ ਹੋ ਵੀ ਸਾਡਾ ਦੇਸ਼ ਕਿਹੜਾ ਹੈ ਤੇ ਸੁਣੋ, ਅਸੀਂ ਆਏ ਹਾਂ ਬੇਗਮਪੁਰੇ ਦੇਸ਼ ਤੇ ਆਏ। ਸਾਡੇ ਦੇਸ਼ ਦਾ ਨਾਮ ਹੈ ਬੇਗਮਪੁਰਾ। ਇਹ ਗੁਰਬਾਣੀ ਵਿੱਚ ਇੱਕ ਸ਼ਬਦ ਹੈ, ਬੇਗਮਪੁਰਾ ਸ਼ਹਿਰ ਕੋ ਨਾਉ। ਹੁਣ ਬੇਗਮ ਪੜੋਗੇ ਤੇ ਮੁਸਲਮਾਨਾਂ ਵਾਲੀ ਬੇਗਮ ਹੋ ਗਈ, ਤੇ ਜੇ ਇਹਨੂੰ ਪੜੋਗੇ ਬੇਗਮ, ਜਿੱਥੇ ਗਮ ਨਹੀਂ ਹੈ, ਜਿੱਥੇ ਸ਼ੋਕ ਨਹੀਂ ਹੈ, ਜਿੱਥੇ ਕੋਈ ਦੁਖੀ ਨਹੀਂ ਹੈ, ਜਿੱਥੇ ਕਿਸੇ ਤਰ੍ਹਾਂ ਦਾ ਕੋਈ ਡਰ ਕੋਈ ਭੈ ਨਹੀਂ ਹੈ। ਸਤਿਗੁਰੂ ਕਹਿੰਦੇ ਵੀ ਸਾਡਾ ਤਾਂ ਬੇਗਮਪੁਰਾ ਹੈ, ਉੱਥੋਂ ਅਸੀਂ ਆਏ ਹਾਂ। ਹਾਂਜੀ। ਹਿੰਦੂ ਮੁਸਲਮਾਨ ਜਗ ਮਾਹੇ, ਮੈਂ ਹੋ ਦੋਨੋਂ ਕੇਰ ਗਵਾਹੋ। ਰਹੀ ਗੱਲ ਹਿੰਦੂਆਂ ਮੁਸਲਮਾਨਾਂ ਦੀ, ਹਿੰਦੂ ਵੀ ਦੁਨੀਆ ਵਿੱਚ ਹੈਗੇ ਨੇ, ਮੁਸਲਮਾਨ ਵੀ ਹੈਗੇ ਨੇ, ਪਰ ਮੈਂ ਤੇ ਦੋਵਾਂ ਦੀ ਗਵਾਹੀ ਭਰਦਾ। ਮੈਨੂੰ ਤਾਂ ਕੋਈ ਚੰਗਾ ਨਹੀਂ ਲੱਗਦਾ, ਕੋਈ ਮਾੜਾ ਨਹੀਂ ਲੱਗਦਾ, ਸਾਰੇ ਠੀਕ ਨੇ, ਸਭ ਚੰਗੇ ਨੇ। ਹਾਂਜੀ। ਪਖ ਬਾਦ ਮੈਂ ਉਰਜੇ ਕਾਚੇ, ਤਜ ਸਾਚੋ ਕੂਰੇ ਮਨ ਰਾਚੇ। ਸਤਿਗੁਰੂ ਕਹਿਣ ਲੱਗੇ ਮੈਨੂੰ ਇੰਜ ਲੱਗਦਾ ਹੈ ਕਿ ਇਹ ਸਾਰੇ ਪੱਖਪਾਤ ਦੇ ਵਿੱਚ ਉਲਝੇ ਹੋਏ ਨੇ, ਆਪਣੇ ਆਪਣੇ ਪੱਖ ਨੂੰ। ਕਿ ਮੁਸਲਮਾਨ ਕਹਿੰਦੇ ਵੀ ਅਸੀਂ ਚੰਗੇ ਆ, ਔਰ ਹਕੀਕਤ ਹੈ ਮੁਸਲਮਾਨ ਹਿੰਦੂਆਂ ਨੂੰ ਕਾਫਰ ਕਹਿੰਦੇ ਨੇ, ਤੇ ਹਿੰਦੂ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ ਨੇ। ਮਲੇਸ਼ ਤੋਂ ਭਾਵ ਹੁੰਦਾ ਮੈਲੇ, ਵੀ ਤੇ ਮੈਲੇ ਕੁਚਲੇ ਨੇ। ਉਹ ਕਹਿੰਦੇ ਨਹੀਂ ਤੁਸੀਂ ਆਈ ਕਾਫਰ ਹੋ। ਸਤਿਗੁਰੂ ਕਹਿੰਦੇ ਲੋਕ ਆਪਣੇ ਆਪਣੇ ਵਿੱਚ ਉਲਝੇ ਹੋਏ ਨੇ। ਤਜ ਸਾਚੋ ਕੂਰੇ ਮਨ ਰਾਚੇ। ਸੱਚ ਕੀ ਹੈ? ਉਹ ਤਾਂ ਰੱਬ ਹੈ। ਤੇ ਇਹ ਕਾਹਦੇ ਵਿੱਚ ਰਚੇ ਨੇ? ਕਹਿੰਦੇ ਝੂਠ ਵਿੱਚ ਲੱਗੇ ਹੋਏ ਨੇ, ਕਿਉਂਕਿ ਇਹ ਗੱਲਾਂ ਤੇ ਝੂਠ ਨੇ। ਇਹ ਠੀਕ ਹੈ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਬੋਧੀ ਹੈ, ਕੋਈ ਜੈਨੀ ਹੈ, ਕੋਈ ਸਿੱਖ ਹੈ, ਕੋਈ ਯਹੂਦੀ ਹੈ, ਕੋਈ ਪਾਰਸੀ ਹੈ, ਕੀ ਫਰਕ ਪੈਂਦਾ? ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ। ਇਹਦੇ ਨਾਲ ਕੀ ਫਰਕ ਪੈਂਦਾ? ਹਿੰਦੂ, ਤੁਰਕ, ਕਊ, ਰਾਫਜੀ, ਇਮਾਮ ਸਾਫੀ, ਕੀ ਫਰਕ ਪੈਂਦਾ ਇਹਦੇ ਨਾਲ? ਹਾਂਜੀ। ਜਲਵਾ ਸਰਬ ਸਰੀਰਨ ਜੋ, ਜਹ ਕੋ ਪੇਵ ਨ ਜਾਣੈ ਕੋ। ਸਤਿਗੁਰੂ ਕਹਿਣ ਲੱਗੇ ਜਿਹੜਾ ਜਲਵਾ ਹੈ, ਪ੍ਰਕਾਸ਼ ਹੈ ਰੱਬ ਦਾ, ਉਹ ਤੇ ਸਾਰਿਆਂ ਦੇ ਵਿੱਚ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ। ਕੌਣ ਚੰਗਾ ਹੈ, ਕੌਣ ਮਾੜਾ ਹੈ, ਸਾਨੂੰ ਤਾਂ ਕੋਈ ਹੱਕ ਨਹੀਂ ਹੈ। ਕਈ ਵਾਰੀ ਅਸੀਂ ਕੋਸ਼ਿਸ਼ ਕਰਦੇ ਹਾਂ ਫੈਸਲੇ ਦੇਣ ਦੀ, ਨਹੀਂ ਜੀ ਇਹ ਚੰਗਾ ਹੈ ਜੀ, ਇਹ ਮਾੜਾ ਹੈ ਜੀ, ਔਰ ਆਪਣੀ ਜ਼ਿੰਦਗੀ 'ਚੋਂ ਫੈਸਲੇ ਸਾਨੂੰ ਖੁਦ ਕਈ ਵਾਰੀ ਬਦਲਣੇ ਪੈਂਦੇ ਨੇ। ਜਿਨ੍ਹਾਂ ਨੂੰ ਚੰਗੇ ਮੰਨਦੇ ਸੀ ਉਹ ਜ਼ਿੰਦਗੀ 'ਚ ਸਭ ਤੋਂ ਮਾੜੇ ਸਾਬਤ ਹੋਏ, ਜਿਨ੍ਹਾਂ ਨੂੰ ਜ਼ਿੰਦਗੀ 'ਚ ਮਾੜੇ ਮੰਨ ਕੇ ਤੁਰੇ ਸਾਂ, ਜ਼ਿੰਦਗੀ 'ਚ ਸਭ ਤੋਂ ਚੰਗੇ ਸਾਬਤ ਉਹ ਹੋਏ। ਹੁਣ ਸਾਨੂੰ ਕੋਰਾ ਆਦਮੀ ਬੜਾ ਹੀ ਭੈੜਾ ਲੱਗਦਾ, ਪਰ ਸਾਨੂੰ ਬੜੀ ਜ਼ਿੰਦਗੀ ਬਤਾਉਣ ਤੋਂ ਬਾਅਦ ਸਮਝ ਆਉਂਦੀ ਕਿ ਜਿਹੜਾ ਮੋਮੋ ਠੱਗਣਾ ਹੈ ਉਹਦੇ ਨਾਲੋਂ ਕੋਰਾ ਆਦਮੀ ਤੇ ਬਹੁਤ ਚੰਗਾ ਹੈ। ਸਖੀ ਨਾਲੋਂ ਸੂਮ ਭਲਾ, ਜਿਹੜਾ ਤੁਰਤ ਦੇਵੇ ਜਵਾਬ। ਇਹੋ ਜਿਹੇ ਸਖੀਆਂ ਦੀ ਕੀ ਲੋੜ ਹੈ? ਹੁਣ ਤੁਸੀਂ ਮੈਨੂੰ ਕਹੋ ਵੀ ਭਾਈ ਸਾਹਿਬ ਜੀ ਆਹ ਕੰਮ ਹੈ, ਤੇ ਜੇ ਮੈਂ ਤੁਹਾਨੂੰ ਕਹਾਂ ਵੀ ਨਹੀਂ ਜੀ ਮੇਰੇ ਵੱਸ ਤਾਂ ਹੈ ਨਹੀਂ, ਇਹ ਗੱਲ ਚੰਗੀ ਹੈ ਕਿ ਇਹ ਚੰਗੀ ਹੈ? ਮਹੀਨੇ ਬਾਅਦ ਮੈਂ ਤੁਹਾਨੂੰ ਕਹਾਂ ਤੁਹਾਡਾ ਮਹੀਨਾ ਖਰਾਬ ਹੋ ਜਾਏ, ਤੁਸੀਂ ਇੱਕ ਮਹੀਨਾ ਮੇਰੇ ਲਾਰੇ ਤੇ ਬੈਠੇ ਰਹੋ ਕਿ ਵੱਡੀ ਥਾਂ ਤੇ ਹੈਡ ਗ੍ਰੰਥੀ ਹੈ, ਵੱਡਾ ਬੰਦਾ ਹੈ, ਕੰਮ ਤੇ ਸਾਡਾ ਹੋ ਹੀ ਜਾਣਾ ਹੈ, ਤੇ ਮਹੀਨੇ ਬਾਅਦ ਮੈਂ ਕਹਾਂ ਨਹੀਂ ਜੀ ਮੁਸ਼ਕਲ ਹੈ ਜੀ। ਹੁਣ ਉਹ ਜਿਹੜਾ 30 ਦਿਨ ਮੈਂ ਤੁਹਾਡੇ ਖਰਾਬ ਕਰਾਂਗਾ, ਉਹਦਾ ਪਾਪ ਕਿਹਨੂੰ ਚੜੇਗਾ? ਤੁਸੀਂ ਹੋਰ ਭੱਜਾ ਨੱਠੀ ਕਰ ਸਕਦੇ ਸੀ, ਤੁਸੀਂ ਹੋਰ ਕਿਸੇ ਨੂੰ ਅਪਰੋਚ ਕਰ ਸਕਦੇ ਸੀ,
ਤੁਸੀਂ ਹੋਰ ਕੋਈ ਰਸਤਾ ਲੱਭ ਸਕਦੇ ਸੀਗੇ। ਉਹ ਜਿਹੜਾ 30 ਦਿਨ ਤੁਹਾਡਾ ਕੰਮ ਲੇਟ ਹੋਇਆ, ਇਹਦਾ ਅਰਥ ਹੈ ਉਹ ਪਾਪ ਮੈਨੂੰ ਲੱਗਣਾ ਚਾਹੀਦਾ ਹੈ, ਕਿਉਂਕਿ ਮੈਂ ਕਰ ਸਕਦਾ ਨਹੀਂ ਸੀ, ਪਰ ਮੈਂ ਐਵੇਂ ਤੁਹਾਨੂੰ ਲਾਰੇ 'ਚ ਲਾ ਦਿੱਤਾ। ਹੁਣ ਜਿਹੜਾ ਲਾਰਾ ਲਾਵੇ ਵੈਸੇ ਲੋਕਾਂ ਨੂੰ ਚੰਗਾ ਲੱਗਦਾ, ਸਾਨੂੰ ਵੀ ਉਹ ਬੰਦੇ ਚੰਗੇ ਲੱਗਦੇ ਨੇ। ਜਿਹੜੇ ਬੰਦੇ ਲਾਰਾ ਲਾਉਂਦੇ ਨੇ ਸਾਨੂੰ ਬੜੇ ਚੰਗੇ ਲੱਗਦੇ ਨੇ, ਮਿੱਠੇ ਲੱਗਦੇ ਨੇ, ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਸਾਡਾ ਨੁਕਸਾਨ ਕਿੰਨਾ ਕੀਤਾ ਪੂਰੀ ਜ਼ਿੰਦਗੀ ਵਿੱਚ। ਪੂਰੀ ਲਾਈਫ ਕਈ ਵਾਰੀ ਸਾਡੀ ਜਿਹੜੀ ਉਹ ਸਫ਼ਰ 'ਚ ਚਲੀ ਜਾਂਦੀ ਹੈ ਇਸੇ ਲਾਰਿਆਂ ਦੇ ਵਿੱਚ, ਝੂਠ ਦੇ ਵਿੱਚ। ਹਾਂਜੀ। ਹੇਤ ਬੰਦਗੀ ਬੰਦਾ ਆਇਓ, ਤਹਿ ਤਜ ਮਾਨ ਮੋਹ ਲਪਟਾਇਓ। ਇਸ ਕਰਕੇ ਬੜੀ ਛੇਤੀ ਫੈਸਲਾ ਦੇ ਦੇਣਾ ਇਹ ਚੰਗਾ ਹੈ ਜੀ, ਇਹ ਮਾੜਾ ਹੈ ਜੀ, ਇਹ ਬਹੁਤ ਵੱਡੀ ਗਲਤੀ ਹੈ। ਇਹ ਤਾਂ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ, ਤਾਂ ਜ਼ਿੰਦਗੀ ਹੰਡਾਉਣ ਤੋਂ ਬਾਅਦ ਪਤਾ ਲੱਗੇਗਾ ਤੁਹਾਨੂੰ ਕਿ ਕੌਣ ਤੁਹਾਡੇ ਨੇੜੇ ਹੈ, ਕੌਣ ਤੁਹਾਡੇ ਤੋਂ ਦੂਰ ਹੈ, ਕੌਣ ਚੰਗਾ ਸੀ ਤੁਹਾਡੀ ਜ਼ਿੰਦਗੀ ਵਾਸਤੇ, ਕੌਣ ਮਾੜਾ ਸੀ। ਇਹ ਤੁਹਾਨੂੰ ਸਮਾਂ ਬਤੀਤ ਕਰਨ ਤੋਂ ਬਾਅਦ ਪਤਾ ਲੱਗੇਗਾ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਹੇਤ ਬੰਦਗੀ ਬੰਦਾ ਆਇਓ, ਤੈਂ ਤਜ ਮਾਨ ਮੋਹ ਲਪਟਾਇਓ। ਸਤਿਗੁਰੂ ਉਹਨਾਂ ਮੁਸਲਮਾਨਾਂ ਨੂੰ ਕਹਿਣ ਲੱਗੇ ਵੀ ਬੰਦਾ ਤੇ ਆਇਆ ਸੀ ਬੰਦਗੀ ਕਰਨਾ, ਬੰਦੇ ਬੰਦਗੀ ਇਖਤਿਆਰ, ਪਰ ਹੋਇਆ ਕੀ, ਤੇ ਤਜ ਮਾਨ ਮੋਹ ਲਪਟਾਇਓ। ਬੰਦਗੀ ਤਾਂ ਛੱਡ ਦਿੱਤੀ ਤੇ ਜਿਹੜਾ ਮਾਣ ਮੋਹ ਸੀ, ਮਾਣ ਕੀ ਹੈ? ਹੰਕਾਰ, ਤੇ ਮੋਹ ਕੀ ਹੈ? ਝੂਠ। ਜਿਹੜਾ ਸਾਡਾ ਆਪਸ ਵਿੱਚ ਅਸੀਂ ਬੱਧੇ ਹੋਏ ਹਾਂ, ਇਹ ਕੀ ਹੈ? ਇੱਕ ਮੋਹ ਹੈ ਜਿਹਨੇ ਸਾਨੂੰ ਇੱਕ ਦੂਜੇ ਨਾਲ ਬੱਧਾ ਹੋਇਆ, ਜੋੜਿਆ ਹੋਇਆ। ਇਹ ਮੇਰਾ ਭਰਾ ਹੈ ਜੀ, ਮੇਰੀ ਮਾਂ ਹੈ ਜੀ, ਮੇਰਾ ਦੋਸਤ ਹੈ ਜੀ, ਮੇਰਾ ਆਪਣਾ ਹੈ ਜੀ, ਇਹ ਮੋਹ ਹੈ। ਪਰ ਇਹ ਮੋਹ ਜਿਹੜਾ, ਇਹਦਾ ਆਧਾਰ ਕੀ ਹੈ? ਇਹਦਾ ਆਧਾਰ ਝੂਠ ਹੈ, ਇਹ ਸੱਚ ਨਹੀਂ ਹੈ। ਹਾਂਜੀ। ਤਾਂ ਤੇ ਨਰ ਗੈਵਾਨ ਹਵਾਨੋ, ਸਭ ਕੋ ਉਪਦੇਸ਼ਕ ਮੁਝ ਮਾਨੋ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਇਸੇ ਕਰਕੇ ਲੋਕ ਭੂਤਨਿਆਂ ਵਰਗੇ ਨੇ, ਪਸ਼ੂਆਂ ਵਰਗੇ ਨੇ। ਤਾਂ ਤੇ ਨਰ ਗੈਵਾਨ ਹਵਾਨੋ, ਸਭ ਕੋ ਉਪਦੇਸ਼ਕ ਮੁਝ ਮਾਨੋ। ਹਰ ਬੰਦੇ ਦੇ ਵਿੱਚੋਂ ਤੁਹਾਨੂੰ ਦੋ ਚੀਜ਼ਾਂ ਮਿਲਣਗੀਆਂ, ਜਾਂ ਤਾਂ ਭੂਤ ਵਰਗਾ ਮਿਲੇਗਾ, ਜਾਂ ਤੁਹਾਨੂੰ ਪਸ਼ੂਆਂ ਵਰਗਾ ਮਿਲੇਗਾ। ਕਿ ਪਸ਼ੂ ਕਿਸੇ ਦਾ ਕੁਝ ਨਹੀਂ ਕਰਦੇ, ਬਹੁਤ ਕੁਝ ਕਰਦੇ ਨੇ। ਸਾਰੀ ਉਮਰ ਪਸ਼ੂ ਦੁੱਧ ਦਿੰਦੇ ਨੇ, ਸਾਰੀ ਉਮਰ ਪਸ਼ੂ ਤੁਹਾਡਾ ਸਮਾਨ ਢੋਂਦੇ ਨੇ, ਕੁੱਤੇ ਦੇ ਰੂਪ ਵਿੱਚ ਤੁਹਾਡੇ ਘਰ ਦੀ ਰਾਖੀ ਰੱਖਦੇ ਨੇ, ਪਰ ਇਹਦੇ ਬਾਵਜੂਦ ਵੀ ਉਹ ਰਿਹਾ ਤੇ ਜਾਨਵਰ ਹੀ ਨਾ ਹੈ, ਤੇ ਪਸ਼ੂ ਦਾ ਪਸ਼ੂ ਹੀ ਹੈ ਨਾ। ਕਈ ਲੋਕ ਭੂਤਾਂ ਪ੍ਰੇਤਾਂ ਵਰਗੇ ਨੇ, ਸਾਰੀ ਉਮਰ ਹੀ ਤੁਹਾਨੂੰ ਚੰਬੜੇ ਰਹਿੰਦੇ ਨੇ। ਸਤਿਗੁਰੂ ਪਿਤਾ ਜੀ ਕਹਿਣ ਲੱਗੇ, ਤਾਂ ਤੇ ਨਰ ਗੈਵਾਨ ਹਵਾਨੋ, ਸਭ ਕੋ ਉਪਦੇਸ਼ਕ ਮੁਝ ਮਾਨੋ। ਮੈਂ ਕੌਣ ਆ? ਕਹਿਣ ਲੱਗੇ, ਭਾਈ ਮੈਂ ਤੇ ਸਾਰਿਆਂ ਨੂੰ ਉਪਦੇਸ਼ ਦੇਣ ਆਇਆ। ਜਿਹੜੇ ਭੂਤਨੇ ਨੇ ਉਹਨਾਂ ਨੂੰ ਵੀ ਦੇਣ ਆਇਆ, ਜਿਹੜੇ ਪਸ਼ੂ ਨੇ ਉਹਨਾਂ ਨੂੰ ਵੀ ਦੇਣ ਆਇਆ, ਹਿੰਦੂ ਨੇ ਤੇ ਉਹਨਾਂ ਨੂੰ ਵੀ ਉਪਦੇਸ਼ ਦੇਣ ਆਇਆ, ਕੋਈ ਮੁਸਲਮਾਨ ਨੇ ਤੇ ਉਹਨਾਂ ਨੂੰ ਵੀ ਉਪਦੇਸ਼ ਦੇਣ ਆਇਆ। ਵੀ ਉਪਦੇਸ਼ ਤੇ ਸਾਰੀ ਮਨੁੱਖਤਾ ਨੂੰ ਚਾਹੀਦਾ। ਉਪਦੇਸ਼ ਚੋਂ ਵਰਨਾ ਕਹੋ ਸਾਂਝਾ। ਉਪਦੇਸ਼ ਦੀ ਲੋੜ, ਮਤ ਸੋਚਣਾ ਵੀ ਇਸ ਫਿਰਕੇ ਨੂੰ ਹੈਗੀ, ਇਹਨੂੰ ਨਹੀਂ ਹੈਗੀ। ਅੱਜ ਇਹ ਸਭ ਤੋਂ ਵੱਡੀ ਟ੍ਰੈਜਡੀ ਹੈ ਕਿ ਅਮੀਰ ਆਦਮੀ ਸੋਚਦਾ ਵੀ ਮੈਨੂੰ ਉਪਦੇਸ਼ ਦੀ ਲੋੜ ਨਹੀਂ। ਤੁਸੀਂ ਬਹੁਤ ਘੱਟ ਅਮੀਰ ਵੇਖੇ ਹੋਣਗੇ ਗੁਰਦੁਆਰੇ ਆਉਂਦੇ, ਉਹਨਾਂ ਦੇ ਬੱਚੇ ਵੀ ਨਹੀਂ ਆਉਂਦੇ। ਉਹ ਸੋਚਦੇ ਵੀ ਸਾਨੂੰ ਕੀ ਲੋੜ ਹੈ, 11,000 21,000 ਦਿਆਂਗੇ, ਬਾਬਾ ਜੀ ਆਪੇ ਘੁੰਮਦੇ ਫਿਰਨਗੇ ਸਾਡੇ ਅੱਗੇ ਪਿੱਛੇ। ਨਤੀਜਾ ਤੁਹਾਡੇ ਸਾਹਮਣੇ ਹੈ ਕਿ ਉਹ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਰ ਚੋਆ, ਨਰਕ ਘੋਰ ਕਾ ਦੁਆਰਾ। ਹੁਣ ਇਸ ਤਰ੍ਹਾਂ ਦੀ ਜ਼ਿੰਦਗੀ ਜੂਣ ਵਾਲਿਆਂ ਦੇ ਬੱਚੇ ਰਾਤ ਨੂੰ ਘਰ ਨਹੀਂ ਹੁੰਦੇ, ਕਲੱਬਾਂ ਪੱਬਾਂ ਚ ਹੁੰਦੇ ਨੇ। ਜਵਾਨੀ ਉਹਨਾਂ ਦੀ ਇੱਦਾਂ ਲੰਘ ਜਾਂਦੀ ਹੈ, ਬਾਕੀ ਜਿਹੜਾ ਸਮਾਂ ਹੈ ਉਹ ਵੈਸੇ ਮਾਇਆ ਦੀ ਭੱਜ ਦੌੜ 'ਚ ਮੁੱਕ ਜਾਂਦਾ ਹੈ। ਤੇ ਜਦੋਂ ਸਾਰੀ ਜਮਾ ਘਟਾਓ ਕੀਤੀ ਜਾਂਦੀ ਹੈ,
ਉਦੋਂ ਇਹ ਪਤਾ ਲੱਗਦਾ ਵੀ ਸਭ ਭੱਜ ਗਏ ਨੇ, ਉੱਡ ਗਏ ਨੇ, ਸਭ ਪੰਛੀ ਉਡਾਰੀ ਮਾਰ ਗਏ ਨੇ। ਸਾਨੂੰ ਨਹੀਂ ਗੱਲ ਸਮਝ ਆ ਰਹੀ ਵੀ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾਣਾ ਹੈ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਹੈ ਕਿ ਜਿਹੜਾ ਵਾਰਨ ਬਫੇ ਹੈ ਉਹਨੇ ਸਿਰਫ 25-25 ਮਿਲੀਅਨ ਦਿੱਤਾ ਆਪਣੇ ਬੱਚਿਆਂ ਨੂੰ। ਮਿਲੀਅਨ ਥੋੜੇ ਨਹੀਂ ਹੁੰਦੇ, ਬਿਲੀਅਨ ਨਹੀਂ, ਮਿਲੀਅਨ। 25-25 ਮਿਲੀਅਨ ਦੇ ਕੇ ਬਾਕੀ ਸਾਰਾ ਪੈਸਾ ਉਹਨੇ ਦਾਨ ਪੁੰਨ ਵਿੱਚ ਦੇ ਦਿੱਤਾ, ਚੈਰਿਟੀ ਕਰ ਦਿੱਤੀ ਹੈ। ਉਹਨੂੰ ਕਿਸੇ ਨੇ ਕਿਹਾ ਵੀ ਕਿਉਂ ਕੀਤਾ ਜੀ? ਕਹਿੰਦਾ ਚੰਗੇ ਹੋਣਗੇ ਤੇ ਇੰਨੇ ਜੀ ਗੁਜ਼ਾਰਾ ਕਰ ਲੈਣਗੇ, ਮਾੜੇ ਹੋਣਗੇ ਤੇ ਸਾਰਾ ਕੁਝ ਮੈਂ ਕਿਉਂ ਦਿਆਂ। ਆ ਦਿਓਬੰਦ ਯੂਨੀਵਰਸਿਟੀ ਸਾਡੇ ਕੋਲ ਹੈ, ਇਹ ਅੱਜ ਤੋਂ 27-28 ਸਾਲ ਪੁਰਾਣੀ ਗੱਲ ਹੈ ਕਿ ਉੱਥੋਂ ਦੇ ਵੀਸੀ ਨੇ, ਵਾਈਸ ਚਾਂਸਲਰ ਨੇ, ਟੋਟਲ ਆਪਣੀ ਧਨ ਸੰਪਤੀ ਜਿਹੜੀ ਸੀ ਉਹ ਯੂਨੀਵਰਸਿਟੀ ਨੂੰ ਦੇ ਦਿੱਤੀ। ਬੜੀ ਚਰਚਾ ਹੋਈ ਸੀ ਵਰਲਡ ਵਿੱਚ, ਬਹੁਤ ਕਾਬਲ ਮੁਸਲਮਾਨ ਸੀ ਉਹ, ਵਰਲਡ ਦੀਆਂ ਇੰਟਰਫੇਥ ਕਾਨਫਰੰਸਾਂ ਵਿੱਚ ਜਾਂਦਾ ਸੀ। ਬੜੀ ਦੁਨੀਆ ਨੇ ਕਿਹਾ ਕਿ ਵੀਸੀ ਸਾਹਿਬ ਤੁਸੀਂ ਇਹ ਕੀ ਕੀਤਾ? ਕਹਿੰਦਾ ਕਿਉਂ, ਮੈਂ ਕੀ ਮਾੜਾ ਕੀਤਾ? ਕਹਿੰਦਾ ਮੈਂ ਬੱਚਿਆਂ ਨੂੰ ਪੜ੍ਹਾਉਣਾ ਸੀ, ਪੜ੍ਹਾਤਾ। ਚੰਗੇ ਸਿਆਣੇ ਹੋਣਗੇ ਕਮਾ ਲੈਣਗੇ, ਤੇ ਜੇ ਕਮਲੇ ਹੋਣਗੇ ਤੇ ਮੇਰਾ ਕਿਉਂ ਗਵਾਉਣਾ? ਮੈਂ ਆਪਣਾ ਕਿਉਂ ਗਵਾਉਣ ਲਈ ਦੇਵਾਂ ਇਹਨਾਂ ਨੂੰ? ਹੁਣ ਉਹ ਮੁਸਲਮਾਨ ਦੀ ਕਰਨੀ ਨੂੰ ਹੁਣ ਆਪਾਂ ਕਹੀਏ ਜੀ ਉਹ ਤੇ ਮੁਸਲਮਾਨ ਸੀਗਾ। ਹੁਣ ਮੈਂ ਆਪ ਜੀ ਨੂੰ ਸਨਾਤਨ ਮਤ ਦਾ ਉਪਦੇਸ਼ ਦੱਸ ਦੇਣਾ। ਉਹ ਕਹਿੰਦੇ ਨੇ ਪੂਤ ਕਪੂਤ ਕਾਹੇ ਧਨ ਸੰਚੀਏ। ਅਗਰ ਤੁਹਾਡਾ ਪੁੱਤਰ ਕਪੁੱਤਰ ਹੈ, ਸ਼ਰਾਬੀ ਹੈ, ਕਬਾਬੀ ਹੈ, ਪੈਸੇ ਇਕੱਠੇ ਨਾ ਕਰਿਓ, ਪੀਜੇਗਾ। ਪੂਤ ਕਪੂਤ ਕਾਹੇ ਧਨ ਸੰਚੀਏ। ਫਿਰ ਉਹ ਇਸ ਤੋਂ ਉਲਟ ਕਹਿੰਦਾ, ਉਹ ਕਹਿੰਦਾ ਪੂਤ ਸਪੂਤ ਕਾਹੇ ਧਨ ਸੰਚੀਏ। ਤੇ ਜੇ ਤੁਹਾਡਾ ਪੁੱਤਰ ਲਾਇਕ ਹੈ, ਸਿਆਣਾ ਹੈ, ਤੇ ਫਿਰ ਵੀ ਤੁਹਾਨੂੰ ਪੈਸੇ ਇਕੱਠੇ ਕਰਨ ਦੀ ਲੋੜ ਕੋਈ ਨਹੀਂ, ਉਹ ਆਪੇ ਕਰ ਲੇਗਾ। ਜੇ ਸ਼ਰਾਬੀ ਕਬਾਬੀ ਹੈ ਤਾਂ ਤੁਸੀਂ ਇਕੱਠੇ ਕਿਉਂ ਕਰਕੇ ਦੇ ਰਹੇ ਹੋ? ਤੇ ਜੇ ਉਹ ਸਿਆਣਾ ਇੰਟੈਲੀਜੈਂਟ ਹੈ ਤਾਂ ਵੀ ਤੁਹਾਨੂੰ ਇਕੱਠੇ ਕਰਕੇ ਦੇਣ ਦੀ ਲੋੜ ਕੋਈ ਨਹੀਂ, ਆਪੇ ਕਮਾ ਲੈਣੇ ਨੇ ਉਹਨੇ। ਸਤਿਗੁਰੂ ਜੀ ਕਹਿਣ ਲੱਗੇ ਮੈਂ ਦੋਵਾਂ ਨੂੰ ਉਪਦੇਸ਼ ਦੇਣ ਆਇਆ, ਹਿੰਦੂਆਂ ਨੂੰ ਵੀ ਤੇ ਮੁਸਲਮਾਨਾਂ ਨੂੰ ਵੀ। ਮੈਂ ਸਾਂਝਾ ਭਾਈ, ਮੇਰੇ ਲਈ ਸਾਰੇ ਬਰਾਬਰ ਨੇ। ਹਾਂਜੀ। ਅਸ ਬਿਦ ਸੁਣ ਕਹਿ ਮਨ ਬਿਸਮਾਨੇ, ਇਹ ਤੋ ਬੋਲਤ ਬੋਲ ਮਹਾਨੇ। ਇਹ ਸੁਣ ਕੇ ਸਾਰੇ ਜਿਹੜੇ ਮੁਲਤਾਨ ਆਦਿਕ ਦੇ ਜਿਹੜੇ ਮੁਸਲਮਾਨ ਇਕੱਠੇ ਹੋਏ ਸੀ ਹੱਜ ਕਰਨ ਲਈ, ਉਹ ਬੜੇ ਹੈਰਾਨ ਹੋਏ ਵੀ ਸਵਾਲ ਇਹ ਨਹੀਂ ਵੀ ਇਹ ਮੁਸਲਮਾਨ ਹੈ ਕਿ ਹਿੰਦੂ ਹੈ, ਇਹ ਸੱਚਾ ਹਾਜੀ ਹੈ ਕਿ ਨਹੀਂ ਹੈ, ਪਰ ਇਹ ਤੇ ਗੱਲਾਂ ਕਮਾਲ ਦੀਆਂ ਕਰਦਾ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਕਿਸੇ ਦੀ ਹਿੰਮਤ ਨਹੀਂ ਸੀ। ਇਹ ਉਹ ਸਤਿਗੁਰੂ ਹੈ ਜਿਨੇ ਗੜ ਬਗਦਾਦ ਨਵਾਇਕ ਹੈ, ਮੱਕਾ ਕਾਬਾ ਆਣ ਨਿਵਾਇਆ। ਸੱਚੇ ਪਾਤਸ਼ਾਹ ਮਹਾਰਾਜ ਦੇ ਬੜੀ ਰਹਿਮਤ ਕੀਤੀ ਦੁਨੀਆ ਤੇ, ਬਹੁਤ ਰਹਿਮਤਾਂ ਵਰਸਾਈਆਂ ਸਤਿਗੁਰੂ ਨੇ ਆਪਣੀਆਂ। ਹਾਂਜੀ। ਮੁਲਤਾਨੇ ਕੋ ਪੀਰ ਤਹਾਹੀ, ਨਾਮ ਬਹਾਵ ਦੀਨ ਥੋਂ ਜਾਹੀ। ਇਸ ਮੁਲਤਾਨ ਦਾ ਜਿਹੜਾ ਪੀਰ ਸੀ ਉਹ ਬਹਾਵਦੀਨ ਸੀ, ਜਿਹੜਾ ਇੱਥੋਂ ਦਾ ਵੱਡਾ ਪੀਰ ਸੀ, ਜਿਹੜਾ ਆਪਣੇ ਆਪ ਨੂੰ ਵੱਡਾ ਧਾਰਮਿਕ ਆਗੂ ਸਮਝਦਾ ਸੀ। ਹਾਂਜੀ। ਤਰਕ ਸੰਗ ਤਿਨ ਬਚਨ ਪ੍ਰਕਾਸ਼ਾ, ਇਹ ਕਿਤਾਬ ਜੋ ਤੇਰੇ ਪਾਸਾ। ਹੁਣ ਉਹਨੇ ਸਵਾਲ ਕੀਤਾ, ਕਹਿਣ ਲੱਗਾ ਭਾਈ ਇਹ ਦੱਸ ਵੀ ਤੇਰੇ ਕੋਲ ਇਹ ਕਿਤਾਬ ਹੈ, ਇਹ ਜ਼ਰੂਰ ਤੇਰੇ ਕੋਲ ਕੋਈ ਧਾਰਮਿਕ ਪੋਥੀ ਹੈ, ਕੋਈ ਧਰਮ ਗ੍ਰੰਥ ਹੈ, ਇਹ ਕਿਤਾਬ ਜੋ ਤੇਰੇ ਪਾਸਾ। ਹਾਂਜੀ। ਇਹ ਤੋ ਪੜ ਜਾਣਤ ਕਹਿ ਨਾਹੀ, ਦੇਹੋ ਮਾਏ ਨਾ ਜੋ ਇਸ ਮਾਹੀ। ਕੀ ਤੈਨੂੰ ਪੜ੍ਹਨੀ ਆਉਂਦੀ ਹੈ? ਕੀ ਤੈਨੂੰ ਸਮਝਣੀ ਆਉਂਦੀ ਹੈ? ਸਿੱਖਾਂ ਦੇ ਆਮ ਘਰਾਂ ਵਿੱਚ ਗੁਰਬਾਣੀ ਦੇ ਗੁਟਕੇ ਹੋਣਗੇ, ਪੋਥੀਆਂ ਹੋਣਗੀਆਂ, ਪਰ ਬੜਾ ਵੱਡਾ ਸਵਾਲ ਹੈ ਵੀ ਕੀ ਘਰ ਦੇ ਜੀਆਂ ਨੂੰ ਪੜ੍ਹਨਾ ਆਉਂਦਾ? ਨਾ। ਮੁਲਤਾਨ ਦੇ ਪੀਰ ਨੇ ਪੁੱਛਿਆ
ਕਿ ਤੁਹਾਡੇ ਕੋਲ ਜਿਹੜੀ ਕਿਤਾਬ ਹੈ ਇਹ ਤੋਂ ਪੜ੍ਹ ਜਾਣਤ ਕਹਿ ਨਾਹੀ, ਕਿ ਪੜ੍ਹਨੀ ਜਾਣਦਾ ਹੈ ਤੂੰ। ਦੇਹੋ ਮਾਇਨਾ ਜੋ ਇਸ ਮਾਹੀ, ਇਹਦੇ ਵਿੱਚ ਕੀ ਲਿਖਿਆ ਹੈ, ਉਹਦਾ ਅਰਥ ਕੀ ਹੈ, ਉਹਦੇ ਅਨੁਸਾਰ ਮਨੁੱਖਤਾ ਨੂੰ, ਮਾਨਵਤਾ ਨੂੰ ਕੀ ਕਰਨਾ ਚਾਹੀਦਾ ਹੈ, ਕੀ ਉਪਦੇਸ਼ ਹੈ ਇਹਦੇ ਵਿੱਚ। ਹਾਂਜੀ। ਸੁਣ ਕਰ ਸ੍ਰੀ ਗੁਰ ਬਚਨ ਉਚਾਰਾ, ਪੜਨ ਕਿਤਾਬਨ ਤੀਨ ਪ੍ਰਕਾਰਾ। ਹੁਣ ਸਤਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਕਿੱਡੇ ਮਹਾਨ ਸੀ। ਸਤਿਗੁਰੂ ਨੇ ਉਹਨੂੰ ਹੋਰ ਉਲਝਾ ਦਿੱਤਾ। ਕਹਿਣ ਲੱਗੇ ਪੀਰ ਜੀ ਜਿਹੜੀ ਕਿਤਾਬ ਪੜ੍ਹਨੀ ਹੁੰਦੀ ਹੈ ਨਾ, ਪੜ੍ਹਨ ਕਿਤਾਬਨ ਤੀਨ ਪ੍ਰਕਾਰਾ, ਕਿਤਾਬਾਂ ਤਿੰਨ ਤਰੀਕਿਆਂ ਨਾਲ ਪੜ੍ਹੀਆਂ ਜਾਂਦੀਆਂ ਨੇ। ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦੀ ਚਾਹੀਦੀ ਹੈ। ਇਹ ਹਕੀਕਤ ਹੈ। ਹੁਣ ਦੇਖੋ ਨਾ ਜਪਜੀ ਸਾਹਿਬ ਦੇ ਵਿੱਚ ਸੁਣੇ, ਹੁਣ ਸੁਣੇ ਦੀਆਂ 4 ਪੌੜੀਆਂ ਨੇ, ਮੰਨੇ ਦੀਆਂ 4 ਪੌੜੀਆਂ ਨੇ। ਮੰਨਣ ਇੱਕ ਤਰੀਕੇ ਦਾ ਨਹੀਂ ਹੈ, ਨਾ ਸੁਣਨਾ ਇੱਕ ਤਰੀਕੇ ਦਾ ਹੈ। ਕੋਈ ਤੁਸੀਂ ਕੰਮ ਕਰਦੇ ਹੋ, ਤੁਸੀਂ ਕਿਰਤ ਕਾਰੋਬਾਰ ਕਰਦੇ ਹੋ, ਉਹਦਾ ਇੱਕ ਤਰੀਕਾ ਥੋੜਾ ਹੈ। ਸਤਿਗੁਰੂ ਕਹਿਣ ਲੱਗੇ ਪੀਰ ਜੀ ਪੜ੍ਹਨਾ ਜਿਹੜਾ ਕਿਤਾਬਾਂ ਦਾ ਪੜ੍ਹਨਾ ਹੈ ਇਹ 3 ਪ੍ਰਕਾਰ ਦਾ ਹੈ। ਪੜ੍ਹਨ ਕਿਤਾਬਨ 3 ਪ੍ਰਕਾਰ। ਹਾਂਜੀ। ਉਸਤ ਖਾਨ ਗੋਸ਼ਤ ਮਗ ਜੈ ਪੁਨ, ਇਨਕੇ ਲੱਛਣ ਉਚਰਤ ਹੋ ਸੁਣ। ਪਹਿਲਾ ਹੈ ਉਸਤ ਖਾਨ, ਕਿਤਾਬ ਨੂੰ ਪੜ੍ਹਨਾ। ਦੂਜਾ ਗੋਸ਼ਤ, ਤੀਜਾ ਮਗਜੈ। ਉਸਤ ਖਾਨ ਗੋਸ਼ਤ ਮਗਜੈ ਪੁਨ, ਇਨਕੇ ਲੱਛਣ ਉਚਰਤ ਹੋਂ ਸੁਣ। ਤੇ ਹੁਣ ਅਸੀਂ ਤੈਨੂੰ ਦੱਸਦੇ ਹਾਂ ਵੀ ਇੱਕ ਕਿਤਾਬ 3 ਤਰੀਕਿਆਂ ਨਾਲ ਪੜ੍ਹੀ ਜਾ ਸਕਦੀ। ਕਿਤਾਬ ਇੱਕੋ ਹੀ ਹੈ। ਹੁਣ ਇਹ ਹਰ ਖੇਤਰ ਦਾ ਕੋਈ ਅੰਤ ਨਹੀਂ ਹੈਗਾ। ਮੈਂ ਜਦੋਂ ਇੰਗਲੈਂਡ ਜਾਂਦਾ ਸੀ ਨਾ, ਤੇ ਜਿਸ ਘਰ ਦੇ ਵਿੱਚ ਮੈਂ ਉਤਰਦਾ ਚੜ੍ਹਦਾ ਸੀ ਜਹਾਜ਼ ਤੋਂ, ਉਹ ਵੀਰ ਜੀ ਉਹਨਾਂ ਦਿਨਾਂ ਦੇ ਵਿੱਚ ਇੱਕ ਕੋਰਸ ਕਰਨ ਜਾਂਦੇ ਹੁੰਦੇ ਸੀ। ਤੇ ਕੋਰਸ ਕੀ ਸੀਗਾ ਕਿ ਕਿਤਾਬ ਜਿਹੜੀ ਹੈ, ਸਵਾਲ ਇਹ ਨਹੀਂ ਕਿ ਉਹ ਕਿਤਾਬ ਕਿੰਨੇ ਪੰਨਿਆਂ ਦੀ ਹੈ, ਉਸ ਕਿਤਾਬ ਨੂੰ ਥੋੜ੍ਹੇ ਟਾਈਮ 'ਚ ਪੜ੍ਹਿਆ ਕਿਵੇਂ ਜਾ ਸਕਦਾ ਹੈ, ਤੇ ਉਸ ਕਿਤਾਬ ਨੂੰ ਚੇਤੇ ਕਰਨ ਦਾ ਤਰੀਕਾ ਕੀ ਹੈ। ਹੁਣ ਵੇਖੋ ਇਸ ਗੱਲ ਦੀ ਵੀ ਐਜੂਕੇਸ਼ਨ ਹੈ। ਉਹ ਜਾਂਦੇ ਸੀਗੇ, ਬਕਾਇਦਾ ਉਹਦੀ ਉੱਥੇ ਕੋਚਿੰਗ ਟ੍ਰੇਨਿੰਗ ਹੁੰਦੀ ਸੀਗੀ ਕਿ ਜਿਹੜੀ ਕਿਤਾਬ ਹੈ, ਹੁਣ ਮੇਰੇ ਵਰਗਾ ਇੱਕ ਲਾਈਨ ਨੂੰ 3 ਵਾਰੀ ਪੜ੍ਹੇ ਤੇ ਪਹਿਲਾਂ ਤੇ ਉਹਨੂੰ ਸਮਝ ਹੀ ਉਦੋਂ ਆਉਂਦੀ ਹੈ ਵੀ ਲਿਖਿਆ ਕੀ ਹੈ। ਕਿਤਾਬ ਨੂੰ ਪੜ੍ਹਨਾ ਕਿਵੇਂ ਹੈ, ਉਹਨੂੰ ਆਪਣੇ ਚੇਤੇ 'ਚ ਕਿਵੇਂ ਕਰਨਾ ਵੀ ਤੁਹਾਨੂੰ ਯਾਦ ਰਵੇ ਵੀ ਮੈਂ ਕਿਤਾਬ ਪੜ੍ਹੀ ਸੀ ਤੇ ਉਹਦੇ ਇਸ ਪੇਜ ਦੇ ਉੱਪਰ ਇਹ ਗੱਲ ਲਿਖੀ ਹੋਈ ਸੀ। ਸਤਿਗੁਰੂ ਕਹਿਣ ਲੱਗੇ ਕਿਤਾਬ ਪੜ੍ਹਨ ਦੇ 3 ਤਰੀਕੇ ਨੇ, ਇੱਕ ਉਸਤਖਾਨ, ਇੱਕ ਗੋਸ਼ਤ, ਇੱਕ ਮਗਜ ਹੈ। ਇਨਕੇ ਲੱਛਣ ਉਚਰਤ ਹੋਂ ਸੁਣ। ਸੁਣ ਪੀਰ, ਹੁਣ ਤੈਨੂੰ ਅਸੀਂ ਦੱਸਦੇ ਵੀ ਕਿਤਾਬ ਲੋਕ 3 ਤਰ੍ਹਾਂ ਕਿਵੇਂ ਪੜ੍ਹਦੇ ਨੇ। ਹਾਂਜੀ। ਪੜ੍ਹ ਕਰ ਸਭ ਕੋ ਹੁਜਤ ਕਰਨੀ, ਉਸਤਖਾਨ ਇਸ ਬਿਦ ਕੀ ਬਰਨੀ। ਕਿਤਾਬ ਪੜ੍ਹਨੀ ਤੇ ਕਿਤਾਬ ਪੜ੍ਹ ਕੇ ਲੋਕਾਂ ਨੂੰ ਹੁਜਤ ਕਰਨੀ। ਤੁਹਾਨੂੰ ਬੜੇ ਸਾਰੇ ਲੋਕ ਸਾਡੇ 'ਚ ਮਿਲਣਗੇ ਜਿਹੜੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਸਿੱਠਣੀਆਂ ਬਣਾ ਕੇ, ਤਾਨੇ ਮਿਹਣੇ ਬਣਾ ਕੇ ਇੱਕ ਦੂਜੇ ਨੂੰ ਦੇਣਗੇ। ਹੈ ਗੁਰਬਾਣੀ ਦੀ ਪੰਕਤੀ ਹੈ, ਪਰ ਇੱਕ ਦੂਜੇ ਨੂੰ ਉਹ ਸੁਣਾ ਰਹੇ ਨੇ। ਕਿਵੇਂ ਸੁਣਾ ਰਹੇ ਨੇ? ਜਿਵੇਂ ਜਨਾਨੀਆਂ ਦਰਾਣੀਆਂ ਜਠਾਣੀਆਂ ਲੜਨ ਤੋਂ ਇੱਕ ਦੂਜੇ ਨੂੰ ਤਾਨੇ ਮਿਹਣੇ ਮਾਰਦੀਆਂ ਨੇ। ਔਰ ਇਹ ਹੋ ਚੁੱਕਾ ਹੈ। ਐਸੀਆਂ ਗੱਲਾਂ ਬਹੁਤ ਵਾਰੀ ਵਾਪਰੀਆਂ ਨੇ, ਬੜੇ ਬੜੇ ਵੱਡੇ ਸਥਾਨਾਂ ਤੇ ਉਹ ਵਾਪਰੀਆਂ ਨੇ। ਸਤਿਗੁਰੂ ਪਿਤਾ ਜੀ ਕਹਿਣ ਲੱਗੇ ਵੀ ਪਹਿਲਾ ਤਰੀਕਾ ਇਹ ਹੈ ਵੀ ਕਿਤਾਬ ਪੜ੍ਹੀ
ਤੇ ਲੋਕਾਂ ਨੂੰ ਹੁਜਤ ਕੀਤੀ। ਉਹਦੇ ਵਿੱਚੋਂ ਜੋ ਪੜ੍ਹਿਆ ਉਹਦੇ ਨਾਲ ਐਵੇਂ ਲੋਕਾਂ ਨੂੰ ਹੁਜਤਾਂ ਕਰ ਛੱਡੀਆਂ, ਲੋਕਾਂ ਨਾਲ ਐਵੇਂ ਚੁਟਕਲੇਬਾਜ਼ੀ ਕਰ ਛੱਡੀ ਤੇ ਕਿਤਾਬ ਪੜ੍ਹ ਲਈ। ਹਾਂਜੀ। ਬੁਜ਼ਰਗ ਹੋ ਬੈਠਣ ਪੜ ਕਰਕੇ, ਖਿਜਮਤ ਕਰਵਾਵਨ ਹਿਤ ਧਰ ਕੇ। ਇੱਕ ਤਰੀਕਾ ਦੂਸਰਾ ਹੈ, ਇਹ ਤੇ ਸੀ ਉਸਤਖਾਨ। ਦੂਸਰਾ ਕੀ ਹੈ? ਦੂਸਰਾ ਹੈ ਗੋਸ਼ਤ। ਹੁਣ ਗੋਸ਼ਤ ਮੁਸਲਮਾਨ ਮੀਟ ਨੂੰ ਕਹਿੰਦੇ ਨੇ। ਕਿਤਾਬ ਪੜ੍ਹਨੀ ਆਪਣੇ ਖਾਣ ਵਾਸਤੇ, ਉਹਦਾ ਤਰੀਕਾ ਕੀ ਹੈ? ਪਹਿਲਾ, ਬੁਜ਼ਰਗ ਹੋ ਬੈਠਣ ਪੱਠ ਕਰਕੇ, ਵੀ ਕਿਤਾਬ ਪੜ੍ਹਨ ਤੋਂ ਪਹਿਲਾਂ ਥੱਲੇ ਚਟਾਈ ਵਿਛਾ ਲਈ, ਉੱਤੇ ਚੌਕੜੀ ਮਾਰ ਲਈ, ਲਾਗੇ ਮਾਲਾ ਰੱਖ ਲਈ, ਲਾਗੇ ਧੂਪ ਧੁਖਾ ਲਈ, ਲਾਗੇ ਦੀਵਾ ਜਗਾ ਲਿਆ, ਵੀ ਜਿਵੇਂ ਬਹੁਤ ਵੱਡਾ ਪੁਜਾਰੀ ਕੋਈ ਕਿਤਾਬ ਪੜ੍ਹਨ ਲੱਗਾ ਹੈ। ਬੁਜ਼ਰਗ ਹੋ ਬੈਠਣ ਪੱਠ ਕਰਕੇ, ਖਿਜਮਤ ਕਰਵਾਵਣ ਹਿਤ ਧਰ ਕੇ। ਉਹਦੇ ਕਿਤਾਬ ਪੜ੍ਹਨ ਦਾ ਮਤਲਬ ਇਹ ਹੀ ਹੈ ਵੀ ਲੋਕ ਮੇਰੀ ਖਿਜਮਤ ਕਰਨ, ਸੇਵਾ ਕਰਨ। ਉਹ ਕਿਤਾਬ ਪੜ੍ਹ ਰਿਹਾ ਲੋਕਾਂ ਤੋਂ ਆਪਣੀ ਪੂਜਾ ਕਰਾਉਣ ਲਈ, ਉਹ ਕਿਤਾਬ ਪੜ੍ਹ ਰਿਹਾ ਲੋਕਾਂ ਤੋਂ ਆਪਣੀ ਮਾਨ ਪ੍ਰਤਿਸ਼ਠਾ ਕਰਾਉਣ ਲਈ, ਕਿ ਲੋਕ ਮੇਰੇ ਅੱਗੇ ਮੱਥੇ ਟੇਕਣ, ਲੋਕ ਮੈਨੂੰ ਚੜਾਵੇ ਚੜਾਉਣ, ਲੋਕ ਮੇਰੀ ਸੇਵਾ ਕਰਨ। ਹਾਂਜੀ। ਕਰ ਹੰਕਾਰ ਬਦੇ ਨੈ ਕਾਹੂ, ਗੋਸ਼ਤ ਨਾਮ ਕਹਿਤ ਹੈ ਤਾਹੂ। ਫਿਰ ਹੰਕਾਰੀ ਹੋ ਜਾਣਾ। ਬਦੇ ਨੇ ਕਾਹੂ, ਕਿਸੇ ਨੂੰ ਪੱਲੇ ਨਹੀਂ ਬੰਨਣਾ। ਗੋਸ਼ਤ ਨਾਮ ਕਹਿਤ ਹੈ ਤਾਹੂ, ਇਹ ਹੈ ਗੋਸ਼ਤ। ਕਿਤਾਬ ਪੜ੍ਹਨ ਦਾ ਦੂਜਾ ਤਰੀਕਾ, ਕਿਤਾਬ ਪੜ੍ਹੋ ਤੇ ਇੰਨੇ ਪਖੰਡ 'ਚ ਪੜ੍ਹੋ ਵੀ ਲੋਕ ਤੁਹਾਡੀ ਪੂਜਾ ਕਰਨ ਲੱਗ ਜਾਣ, ਲੋਕ ਸਮਝਣ ਵੀ ਇਹ ਤੇ ਜੀ ਬਹੁਤ ਕਮਾਲ ਹੀ ਹੋ ਗਈ ਹੈ। ਹੁਣ ਕਈ ਆਦਮੀ ਹਲਵੋਂ ਦੇ ਪਾਠ ਕਰ ਲੈਂਦੇ ਨੇ, ਤੇ ਕਈ ਆਦਮੀਆਂ ਦੀ ਹਾਲਤ ਇਹ ਵੀ ਭੁੱਖੇ ਮੁੱਲਾ ਘਰੇ ਮਸੀਤ। ਕਈ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਘਰ ਰੱਖੇ ਹੋਏ ਨੇ। ਆ ਹੁਣ ਤੇ ਡੰਡਾ ਡੁੰਡਾ ਵਾਹਵਾ ਖੜਕਦਾ ਤੇ ਗੱਲ ਮੁੱਕ ਗਈ ਹੈ। ਨਹੀਂ ਤੇ ਅੱਗੇ ਹੁੰਦਾ ਸੀ ਵੀ ਉਹ ਸਾਈਕਲ ਦੇ ਮਗਰ ਟਰੰਕ ਬੱਧਾ ਹੁੰਦਾ ਸੀ ਤੇ ਬਾਅਦ 'ਚ ਪਤਾ ਲੱਗਦਾ ਸੀ ਬਾਬੇ ਨੇ ਟਰੰਕ 'ਚ ਬਾਬਾ ਰੱਖਿਆ ਹੋਇਆ ਹੈ। ਜਿਹਨੇ ਕਿਹਾ ਮੈਂ ਪਾਠ ਕਰਾਉਣਾ ਹੈ, ਉਹਦੇ ਬੂਹੇ ਕੇ ਜਾ ਕੇ ਸਾਈਕਲ ਖੜਾ ਕਰ ਦੇਣਾ, ਟਰੰਕ ਲਾਉਣਾ, ਗੁਰੂ ਗ੍ਰੰਥ ਸਾਹਿਬ ਕੱਢਣਾ, ਪਾਠ ਕਰਨਾ, ਪੂਜਾ ਲੈਣੀ, ਫਿਰ ਸਾਈਕਲ ਮਗਰ ਬੰਨਣਾ ਤੇ ਘਰ ਲੈ ਜਾਣਾ। ਭੁੱਖੇ ਮੁੱਲਾ ਘਰੇ ਮਸੀਤ। ਐਸੇ ਵੀ ਲੋਕ ਹੋਏ ਨੇ, ਅੱਜ ਵੀ ਹੈਗੇ ਨੇ ਜਿਹੜੇ ਘਰਾਂ 'ਚ ਉਹ ਮੱਥੇ ਵਗੈਰਾ ਟਿਕਾਉਂਦੇ ਨੇ। ਤੁਸੀਂ ਕੀ ਸੋਚਦੇ ਹੋ ਵੀ ਸਾਰੇ ਗੁਰੂ ਨਾਨਕ ਦਾ ਹੀ ਰੂਪ ਨੇ? ਐਵੇਂ ਲੋਕਾਂ ਨੇ ਗੱਦੀਆਂ ਲਾਈਆਂ ਹੋਈਆਂ ਨੇ ਘਰ। ਇਹ ਸਭ ਤੋਂ ਵਧੀਆ ਤਰੀਕਾ ਹੈ। ਇਸੇ ਕਰਕੇ ਜਿਹੜਾ ਬਾਬਾ ਸ਼ਬਦ ਹੈ ਉਹਦੀ ਇੱਜ਼ਤ ਸਨਮਾਨ ਘਟ ਗਿਆ। ਨਹੀਂ ਤਾਂ ਬਾਬਾ ਸ਼ਬਦ ਗੁਰੂ ਨਾਨਕ ਸਾਹਿਬ ਲਈ ਵਰਤਿਆ ਗਿਆ ਸੀ। ਜਾਹਰ ਪੀਰ ਜਗਤ ਗੁਰ ਬਾਬਾ। ਤਾਂ ਜਦੋਂ ਘਰਾਂ ਘਰਾਂ 'ਚ ਪਖੰਡੀ ਬਣ ਗਏ ਤੇ ਉਹ ਨਾਂ ਹੀ ਜਿਹੜਾ ਸੀ ਉਹ ਨੀਵਾਂ ਹੋ ਗਿਆ। ਵੱਡਾ ਨਾਮ ਹੈ ਬਾਬਾ, ਬਹੁਤ ਪੂਜਨੀਕ ਨਾਮ ਹੈ। ਕਈ ਲੋਕ ਐਸੇ ਨੇ ਇਹ ਗੋਸ਼ਤ ਦੀ ਨੁਮਾ ਇਹ ਪੋਥੀ ਪੜ੍ਹਦੇ ਨੇ ਭਾਈ, ਤਾਂ ਕਿ ਲੋਕ ਸਾਡੀ ਪੂਜਾ ਕਰਨ। ਹਾਂਜੀ। ਪਾਠ ਕਰ ਸਿਮਰੇ ਨਾਮ ਜ਼ਰੂਰਾ, ਸਭ ਮੈਂ ਜਾਣੇ ਅਲੋ ਜ਼ਹੂਰਾ। ਕੋਈ ਵਿਅਕਤੀ ਪੋਥੀ ਪੜ੍ਹਦਾ ਹੈ ਤੇ ਪੋਥੀ ਪੜ੍ਹ ਕੇ ਉਹਦੇ ਵਿੱਚੋਂ ਰੱਬ ਦਾ ਨਾਮ ਦ੍ਰਿੜ ਕਰਦਾ ਹੈ। ਹਰ ਵਕਤ ਉੱਠਦਿਆਂ ਅੱਲਾ ਅੱਲਾ, ਜਿਵੇਂ ਆਪਾਂ ਕਹਿੰਦੇ ਵਾਹਿਗੁਰੂ, ਕੋਈ ਕਹਿੰਦਾ ਉੱਠਦਿਆਂ ਬਹਿੰਦਿਆਂ ਰਾਮ ਰਾਮ। ਹੁਣ ਉਹਦਾ ਧਰਮ ਗ੍ਰੰਥ ਪੜ੍ਹਨਾ ਕੁਝ ਹੋਰ ਹੈ। ਇੱਕ ਬੰਦੇ ਨੇ ਹੁਜਤ ਕਰ ਛੱਡੀ, ਇੱਕ ਨੇ ਪਾਠ ਕਰਕੇ ਆਪਣੀ ਪੂਜਾ ਮਾਨਤਾ ਕਰਾ ਲਈ, ਇੱਕ ਉਹ ਵੀ ਉਹ ਪੋਥੀ ਪੜ੍ਹਨ ਵਾਲਾ ਹੈ ਜਿਹਨੇ ਉਹਦੇ ਵਿੱਚੋਂ ਰੱਬ ਦਾ ਨਾਮ ਦ੍ਰਿੜ ਕੀਤਾ। ਸਭ ਮੈਂ ਜਾਣੈ ਅੱਲੋ ਜ਼ਹੂਰਾ, ਤੇ ਸਾਰੀ ਮਖਲੂਕ ਵਿੱਚ ਜਾਣਿਆ ਕਿ ਇਹਨਾਂ ਦੇ ਵਿੱਚ ਅੱਲਾ ਦਾ ਪ੍ਰਕਾਸ਼ ਹੈ। ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਜੈਨੀ, ਬੋਧੀ ਹੈ, ਸਭ ਰੱਬ ਦੇ ਬੰਦੇ ਨੇ ਭਾਈ। ਕਿਸੇ ਨੇ ਪੋਥੀ ਇੱਦਾਂ ਵੀ ਪੜ੍ਹੀ ਹੈ। ਹਾਂਜੀ। ਦਵੈਤ ਹੇਤ ਕੋ ਮਿਟਿਓ ਝਗਰਾ,
ਤਦ ਅਹੰਕਾਰ ਹਿਰਦੈ ਤੇ ਸਗਰਾ। ਦਵੈਤ ਦਾ, ਪਿਆਰ ਦਾ, ਮੋਹ ਦਾ ਝਗੜਾ ਮੁਕਾ ਦਿੱਤਾ, ਹੰਕਾਰ ਮੁਕਾ ਦਿੱਤਾ, ਸਭ ਲੋਕਾਂ ਨਾਲ ਆਪਣਾ ਭਾਈਚਾਰਾ ਬਣਾ ਲਿਆ। ਹਾਂਜੀ। ਮਾਨੈ ਸੀਸ ਖੁਦਾਏ ਰਜ਼ਾਈ, ਮਗਜ ਨਾਮ ਹੈ ਤਾਹੇ ਕਹਾਈ। ਫਿਰ ਖੁਦਾ ਦੀ ਰਜ਼ਾ ਨੂੰ ਆਪਣੇ ਸਿਰ ਤੇ ਮੰਨਿਆ। ਇਹੋ ਜਿਹਾ ਵਿਅਕਤੀ ਪੋਥੀ ਪੜ੍ਹੇ ਤਾਂ ਇਹ ਸਮਝ ਲਓ ਕਿ ਉਹਦਾ ਤਰੀਕਾ ਮਗਜੇ ਹੈ। ਤਿੰਨ ਚੀਜ਼ਾਂ, ਜੇ ਤੁਸੀਂ ਕਦੇ ਖਰਬੂਜਾ ਲਵੋ ਨਾ, ਉਹਦੇ ਵਿੱਚੋਂ ਤਿੰਨ ਚੀਜ਼ਾਂ ਨਿਕਲਦੀਆਂ ਨੇ। ਇੱਕ ਕਿ ਅਸੀਂ ਉਹਨੂੰ ਕੱਟ ਲਿਆ ਤੇ ਖਾ ਲਿਆ। ਇੱਕ ਉਹਦੇ ਵਿੱਚੋਂ ਬੀਜ ਨਿਕਲਦੇ ਨੇ ਜਿਹਦੇ ਨਾਲ ਫਿਰ ਖੇਤੀ ਕੀਤੀ ਜਾ ਸਕਦੀ ਹੈ। ਜਿੰਨੇ ਮਰਜ਼ੀ ਖਰਬੂਜੇ ਪੈਦਾ ਕਰ ਲਓ, ਬੀਜ ਸੰਭਾਲ ਲਓ ਤੇ ਫਿਰ ਖੇਤੀ ਕਰ ਲਓ। ਤੀਜਾ ਤਰੀਕਾ ਕੀ, ਵੀ ਉਹਨਾਂ ਖਰਬੂਜੇ ਦੇ ਬੀਜਾਂ ਨੂੰ ਵੀ ਖੋਲ ਲਓ, ਉਹਦੇ ਵਿੱਚੋਂ ਮਗਜ਼ ਨਿਕਲਦੇ ਨੇ। ਹੁਣ ਉਹ ਕਈ ਤਰ੍ਹਾਂ ਦੀਆਂ ਗਜਾ, ਕਈ ਤਰ੍ਹਾਂ ਦੀਆਂ ਦਵਾਈਆਂ, ਕਈ ਤਰ੍ਹਾਂ ਦੀ ਖੁਰਾਕ ਜਿਹੜੀ ਹੈ ਉਹਦੇ ਵਿੱਚ ਬੜੇ ਗੁਣਕਾਰੀ ਨੇ ਭਾਈ। ਹੁਣ ਕੋਈ ਵਿਅਕਤੀ ਐਸਾ ਹੈ ਜਿਹਨੇ ਬਿਜ਼ਨਸ ਕੀਤਾ ਹੈ, ਵਪਾਰ ਕੀਤਾ ਹੈ। ਕੋਈ ਐਸਾ ਵੀ ਜਿਹਨੇ ਸਿਰਫ ਮੂੰਹ ਦਾ ਸਵਾਦ ਹੀ ਪੂਰਾ ਕੀਤਾ ਹੈ, ਖਰਬੂਜਾ ਖਾ ਲਿਆ, ਬੀਜ ਸੁੱਟ ਦੇ। ਕਿਸੇ ਨੇ ਬੀਜ ਸੰਭਾਲ ਲਏ, ਅੱਗੋਂ ਖੇਤੀ ਕਰ ਲਈ। ਕਿਸੇ ਨੇ ਉਹਨਾਂ ਬੀਜਾਂ 'ਚੋਂ ਵੀ ਮਗਜ਼ ਕੱਢ ਲਏ। ਤਾਂ ਹੋਰ ਗੁਣਕਾਰੀ ਜਿਹੜੀਆਂ ਅਸੀਂ ਚੀਜ਼ਾਂ, ਵਸਤਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ। ਸਤਿਗੁਰੂ ਕਹਿਣ ਲੱਗੇ, ਜਿਹਨੇ ਖੁਦਾ ਨੂੰ ਸਮਝ ਲਿਆ, ਇੱਕ ਉਹਨੇ ਵੀ ਪੋਥੀ ਪੜ੍ਹੀ ਹੈ। ਇੱਕ ਜਿਹਨੇ ਪੋਥੀ ਪੜ੍ਹ ਕੇ ਪੂਜਾ ਮਾਨਤਾ ਕਰਾ ਲਈ, ਪੋਥੀ ਤਾਂ ਉਸਨੇ ਵੀ ਪੜ੍ਹੀ ਹੈ। ਇੱਕ ਉਹ ਹੈ ਵੀ ਜਿਹਨੇ ਪੋਥੀ ਪੜ੍ਹ ਕੇ ਲੋਕਾਂ ਨੂੰ ਹੁਜਤਾਂ ਕਰ ਲਈਆਂ, ਤਰਕ ਕਰ ਲਿਆ, ਪੋਥੀ ਤਾਂ ਉਸਨੇ ਵੀ ਪੜ੍ਹੀ ਹੈ। ਤੇ ਤੂੰ ਦੱਸ ਪੀਰ, ਵੀ ਤੂੰ ਕਿੱਦਾਂ ਦੀ ਪੜ੍ਹਨੀ ਚਾਹੁੰਦਾ ਹੈ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ